ਦੋਸਤੋ ਇਸ ਵਕਤ ਅਸੀਂ ਖੜੇ ਹਾਂ ਜ਼ਿਲ੍ਹਾ ਪਟਿਆਲਾ ਦੇ ਪਿੰਡ ਕਲਿਆਣ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ, ਜਿੱਥੇ ਕਿ ਪਾਵਨ ਸਰੂਪ ਜਿਹੜੇ ਹੈ ਉਹ ਚੋਰੀ ਹੋ ਚੁੱਕੇ ਆ। ਉਸ ਦੇ ਬਾਰੇ ਸਿੱਖ ਸੰਗਤਾਂ ਦੇ ਵਿੱਚ ਭਾਰੀ ਰੋਸ਼ ਹੈ, ਕਿਉਂਕਿ ਪਿਛਲੇ 20 ਤਰੀਕ ਨੂੰ ਇਹ ਘਟਨਾ ਵਾਪਰੀ ਹੈ, ਜੋ ਕਿ ਬਹੁਤ ਹੀ ਮੰਦਭਾਗੀ ਘਟਨਾ ਹੈ। ਉਸ ਤੋਂ ਬਾਅਦ ਵੀ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਸਿਰੇ ਨਹੀਂ ਚੜ੍ਹੀ ਤੇ ਨਾ ਹੀ ਕੋਈ ਪੁਖਤਾ ਜਿਹੜੇ ਹੈ ਇੱਥੇ ਇੰਤਜ਼ਾਮ ਕੀਤੇ ਗਏ ਆ। ਉਸ ਦੇ ਬਾਅਦ ਅੱਜ ਉਸ ਬਾਬਤ ਸਿੱਖ ਸੰਗਤਾਂ ਇੱਥੇ ਜੁੜ ਕੇ ਇਕੱਠੀਆਂ ਹੋਈਆਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਗੱਲ ਕੀਤੀ ਜਾ ਰਹੀ ਹੈ। ਬਾਕੀ ਸਾਰੀ ਡਿਟੇਲ ਅਸੀਂ ਇਹਨਾਂ ਤੋਂ ਜਾਣਦੇ। ਸਾਡੇ ਨਾਲ ਇਸ ਟਾਈਮ ਮਾਝੀ ਜੀ ਮੌਜੂਦ ਨੇ, ਗੱਲ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ। ਹਾਂਜੀ, ਸਤਿ ਸ੍ਰੀ ਅਕਾਲ ਜੀ, ਧੰਨਵਾਦ ਜੀ ਡੇਲੀ ਪੋਸਟ ਦਾ ਜੀ ਸਰ, ਇੱਕ ਵਾਰ ਤਾਂ ਪੂਰਾ ਜਿਹੜਾ ਹੈ ਮਾਮਲਾ ਦੱਸ ਦਿਓ ਤੇ ਅੱਜ ਜਿਹੜਾ ਇਕੱਠ ਇੱਥੇ ਕੀਤਾ ਉਸ ਬਾਰੇ ਦੱਸ ਦਿਓ। ਸਰ, ਇਹ ਕਲਿਆਣ ਪਿੰਡ ਦੇ ਵਿੱਚ ਜੀ 20 ਜੁਲਾਈ ਨੂੰ ਪਤਾ ਲੱਗਿਆ ਕਿ ਇੱਥੇ ਇੱਕ ਸਫਰੀ ਸਰੂਪ ਸੀਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ, ਜਿਹੜਾ ਬਹੁਤ ਛੋਟੇ ਆਕਾਰ 'ਚ ਹੁੰਦਾ ਹੈ। ਜਿਵੇਂ ਕਿ ਬਾਬਾ ਡਲ ਸਿੰਘ ਜੀ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਜਿਹੜਾ ਉਹਨਾਂ ਦਾ ਮਕਾਨ ਹੈ, ਉੱਥੇ ਆਪਾਂ ਦਰਸ਼ਨ ਕਰਦੇ ਹਾਂ। ਬਹੁਤ ਛੋਟਾ ਆਕਾਰ ਹੁੰਦਾ, ਸਫਰੀ ਵੀੜਾ ਇਹਨਾਂ ਨੂੰ ਕਿਹਾ ਜਾਂਦਾ ਹੈ। ਤਾਂ ਉਹ ਬੜਾ ਦੁਰਲੱਭ ਸਰੂਪ ਸੀ। ਤਾਂ ਉਹ ਜਦੋਂ ਇਹਨਾਂ ਨੂੰ ਪਤਾ ਲੱਗਿਆ 20 ਜੁਲਾਈ ਨੂੰ ਕਿ ਇੱਥੇ ਹੈ ਨਹੀਂ, ਤਾਂ ਉਸ ਤੋਂ ਬਾਅਦ ਮਤਲਬ ਬਹੁਤ ਲੇਟ ਜਾ ਕੇ ਜਿਹੜੇ ਇੱਥੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਨੇ, ਉਹਨਾਂ ਨੇ ਕੋਈ ਜਾਣਕਾਰੀ ਨਹੀਂ ਦਿੱਤੀ। ਮੈਂ ਬਹੁਤ ਦੁੱਖ ਨਾਲ ਭਰੇ ਮਨ ਨਾਲ ਆਪ ਜੀ ਦੇ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ ਕਿ ਜੇ ਮਤਲਬ ਮੈਂ ਤੁਲਨਾ ਨਹੀਂ ਕਰ ਰਿਹਾ, ਗੁਰੂ ਸਾਹਿਬ ਤਾਂ ਸਮਰੱਥ ਨੇ। ਇੱਕ ਮੈਂ ਕਹਿੰਦਾ ਵੀ ਕੋਈ ਸਾਈਕਲ ਵੀ ਗਵਾਚ ਜਾਂਦਾ ਹੈ, ਉਹਦੀ ਵੀ ਗੁਰਦੁਆਰੇ ਅਨਾਉਂਸਮੈਂਟ ਹੁੰਦੀ ਹੈ। ਬਹੁਤ ਦੁੱਖ ਦੀ ਗੱਲ ਹੈ ਕਿ ਪ੍ਰਬੰਧਕਾਂ ਨੇ ਅਜੇ ਤੱਕ ਇੱਥੇ ਪਿੰਡ ਵਾਲਿਆਂ ਨੂੰ ਦੱਸਿਆ ਵੀ ਨਹੀਂ ਸੀਗਾ ਵੀ ਇਸ ਕਿਸਮ ਦੀ ਘਟਨਾ ਵਾਪਰ ਗਈ, ਕੋਈ ਤਫਤੀਸ਼ ਨਹੀਂ ਹੋਈ। ਤਾਂ ਉਸ ਤੋਂ ਬਾਅਦ ਜਿਉਂ-ਜਿਉਂ ਹੌਲੀ-ਹੌਲੀ ਪੰਚਾਇਤ ਨੂੰ ਪਤਾ ਲੱਗਿਆ, ਨਗਰ ਨਿਵਾਸੀ ਮੇਰੇ ਨਾਲ ਖੜੇ ਨੇ, ਇਹਨਾਂ ਨੂੰ ਪਤਾ ਲੱਗਿਆ, ਤਾਂ ਇਹਨਾਂ ਨੇ 29 ਜੁਲਾਈ ਨੂੰ ਪ੍ਰਸ਼ਾਸਨ ਕੋਲ ਪਹੁੰਚ ਕੀਤੀ, ਉੱਥੇ ਐਪਲੀਕੇਸ਼ਨ ਵੀ ਦੇਤੀ। ਇਹਦੇ ਬਾਵਜੂਦ ਵੀ ਇੱਥੇ 3-4 ਘੰਟੇ ਅੱਜ ਮੈਨੂੰ ਵੀ ਹੋ ਗਏ, ਸਵੇਰ ਤੋਂ ਅਸੀਂ ਆਏ ਹੋਏ ਹਾਂ, ਤਾਂ ਕੋਈ ਪ੍ਰਸ਼ਾਸਨ ਵਾਲਾ ਅਧਿਕਾਰੀ ਇੱਥੇ ਸਾਨੂੰ ਜਾਂਚ ਪੜਤਾਲ ਕਰਦਾ ਨਹੀਂ ਦਿਖਿਆ। ਕਿਸੇ ਪਿੰਡ ਦੇ ਬੰਦੇ ਤੋਂ ਅੱਜ ਤੱਕ ਉਹਨਾਂ ਨੇ ਕੋਈ ਪੁੱਛ ਪੜਤਾਲ ਨਹੀਂ, ਕੋਈ ਤਫਤੀਸ਼ ਨਹੀਂ ਕੀਤੀ। ਵੈਸੇ ਵੀ ਇੱਥੇ ਐਡਾ ਵੱਡਾ ਅੱਜ ਇਕੱਠ ਵੱਖ-ਵੱਖ ਜਥੇਬੰਦੀਆਂ, ਅਸੀਂ ਵੀ ਦਰਬਾਰੇ ਖਾਲਸਾ ਵੱਲੋਂ ਆਏ ਹਾਂ, ਹੋਰ ਵੀ ਸੰਗਤਾਂ ਪਹੁੰਚੀਆਂ ਨੇ, ਪਰ ਇੱਥੇ ਕੋਈ ਪ੍ਰਸ਼ਾਸਨ ਜਿਹੜਾ, ਮੈਂ ਕਹਿਣਾ ਚਾਹੁੰਦਾ ਵੀ ਕੈਪਟਨ ਅਮਰਿੰਦਰ ਸਿੰਘ ਜਿਹੜੇ ਕਿ ਚੋਣਾਂ ਤੋਂ ਪਹਿਲਾਂ ਇਹ ਵਾਅਦਾ ਕਰਕੇ ਕਿ ਜੋ ਬੇਅਦਬੀ ਘਟਨਾਕ੍ਰਮ ਵਾਪਰੇ ਆ ਪਹਿਲਾਂ 2015 'ਚ, ਉਹਦੇ ਮਾਸਟਰ ਮਾਈਂਡ ਤੱਕ ਪਹੁੰਚ ਹੋਊਗੀ, ਉਹਨਾਂ ਨੂੰ ਅਸੀਂ ਜਿਹੜਾ ਸੁੱਟਾਂਗੇ, ਉਹਨਾਂ 'ਤੇ ਕਾਰਵਾਈ ਕਰਾਂਗੇ, ਇਹੋ ਜਿਹੇ ਵਾਅਦੇ ਕਰਕੇ ਤੁਸੀਂ ਸਿੱਖਾਂ ਤੋਂ ਵੋਟਾਂ ਲਈਆਂ ਨੇ। ਤੇ ਅੱਜ ਮੋਤੀ ਮਹਿਲ, ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਤੋਂ ਸਿਰਫ 10-12 ਕਿਲੋਮੀਟਰ ਦੀ ਵਿੱਥ ਦੇ ਉੱਤੇ ਜਿਹੜਾ ਇਹ ਪਿੰਡ ਕਲਿਆਣ ਹੈ, ਉੱਥੇ ਫੇਰ ਦੂਜੀ ਵਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਇਹ ਇੰਨਾ ਮਤਲਬ ਸਫਰੀ ਜਿਹੜਾ ਸਰੂਪ ਹੈ ਉਹ ਚੋਰੀ ਹੋ ਗਿਆ। ਪਰ ਪ੍ਰਸ਼ਾਸਨ ਬਿਲਕੁਲ ਹਰਕਤ ਦੇ ਵਿੱਚ ਨਹੀਂ ਆ ਰਿਹਾ। ਔਰ ਸਾਰੇ ਆਪਾਂ ਜਾਣਦੇ ਹਾਂ ਕਿ ਜੇ ਕਿਸੇ ਮੰਤਰੀ ਦਾ ਥੋੜ੍ਹਾ ਜਿਹਾ ਵੀ ਨੁਕਸਾਨ ਹੋ ਜਾਂਦਾ ਹੈ ਤਾਂ ਯਕਦਮ ਪ੍ਰਸ਼ਾਸਨ ਹਰਕਤ 'ਚ ਆਉਂਦਾ ਹੈ। ਮਹਾਰਾਣੀ ਪ੍ਰਨੀਤ ਕੌਰ, ਉਹਨਾਂ ਦਾ ਪਰਸ ਗਵਾਚ ਗਿਆ ਸੀਗਾ, ਉਹਨਾਂ ਦੇ ਪੈਸੇ ਗਵਾਚ ਗਏ ਸੀਗੇ ਕੁਛ, ਤਾਂ 2-3 ਦਿਨਾਂ ਦੇ ਵਿੱਚ ਹੀ ਸਾਰਾ ਕੁਛ ਸਾਹਮਣੇ ਆ ਗਿਆ ਸੀ। ਸੋ ਹਾਂਜੀ, ਦੂਜੀ ਸਟੇਟ ਤੋਂ ਜਾ ਕੇ ਬੰਦੇ ਫੜੇ ਗਏ ਸੀਗੇ। ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਤਾਂ ਸਾਡਾ ਸਭ ਕੁਛ ਹੈ ਜੀ। ਤੇ ਮਤਲਬ ਅਸੀਂ ਸ਼ਰਮਸ਼ਾਰ ਹੋ ਰਹੇ ਹਾਂ ਕਿ ਪੰਜਾਬ ਦੀ ਧਰਤੀ, ਗੁਰੂਆਂ ਦੇ ਨਾਂ 'ਤੇ ਵਸਣ ਵਾਲਾ ਪੰਜਾਬ ਹੈ ਔਰ ਸ਼ਹੀਦਾਂ ਦੇ ਖੂਨ ਨਾਲ ਰੰਗੀ ਹੋਈ ਧਰਤੀ ਹੈ। ਇੱਥੇ ਮਤਲਬ ਕਦੇ ਇੱਕ ਪਿੰਡ 'ਚ ਬੇਅਦਬੀ ਹੁੰਦੀ ਹੈ, ਕਦੇ ਦੂਜੇ 'ਚ ਹੁੰਦੀ ਹੈ। ਲਗਾਤਾਰ ਇੱਕ ਰੁਝਾਨ ਹੈ ਜਿਹੜਾ ਉਹ ਬਣਿਆ ਹੋਇਆ। ਇਹ ਬਹੁਤ ਦੁਖਦਾਇਕ ਹੈ। ਇਹਦੇ 'ਚ ਮੈਂ ਪ੍ਰਬੰਧਕਾਂ ਦੀ ਵੀ ਕਿਤੇ ਨਾ ਕਿਤੇ ਲਾਪਰਵਾਹੀ ਹੈ, ਜਿਹੜੇ ਗ੍ਰੰਥੀ ਸਿੰਘ ਡਿਊਟੀਆਂ ਨਿਭਾਉਂਦੇ ਨੇ ਉਹਨਾਂ ਦੀ ਵੀ ਲਾਪਰਵਾਹੀ ਹੈ। ਔਰ ਮੈਂ ਇਹ ਦੱਸਣਾ ਚਾਹੁੰਦਾ ਵੀ ਆ ਕੇ ਸਾਨੂੰ ਇੱਥੇ ਪਤਾ ਲੱਗਿਆ ਇੱਥੇ ਅਖੰਡ ਪਾਠ ਸਾਹਿਬ ਲਗਾਤਾਰ 5-5 7-7 ਅਖੰਡ ਪਾਠ ਸਾਹਿਬ ਚੱਲਦੇ ਆ। ਇਹ ਵੀ ਨਹੀਂ ਕੋਈ ਇੱਥੇ ਇੱਕ ਅੱਧਾ ਗ੍ਰੰਥੀ ਸਿੰਘ ਹੈਗਾ। ਮਤਲਬ ਇੱਥੇ ਬਹੁਤ ਰੌਣਕ ਲੱਗੀ ਰਹਿੰਦੀ ਹੈ, ਸੰਗਤਾਂ ਦੀ ਆਉਂਦੀਆਂ ਨੇ ਸੰਗਤਾਂ ਦੂਰੋਂ। ਪਰ ਇਹਦੇ ਬਾਵਜੂਦ ਵੀ ਇੱਦਾਂ ਸਰੂਪ ਚੋਰੀ ਹੋ ਜਾਣਾ ਔਰ ਪਤਾ ਹੀ ਨਾ ਹੋਣਾ, ਫਿਰ ਪ੍ਰਬੰਧਕਾਂ ਵੱਲੋਂ ਬਣਦੀ ਜ਼ਿੰਮੇਵਾਰੀ ਨਾ ਨਿਭਾਉਣਾ, ਪ੍ਰਸ਼ਾਸਨ ਬਿਲਕੁਲ ਐ ਸੁੱਤਾ ਪਿਆ, ਤਾਂ ਇਹ ਬਹੁਤ ਦੁਖਦਾਇਕ ਹੈ ਜੀ। ਤੁਸੀਂ ਗੱਲ ਕਰਦੇ ਹੋਏ ਕਿਹਾ ਕਿ ਦੂਸਰੀ ਵਾਰ ਜਿਹੜਾ ਸਰੂਪ ਚੋਰੀ ਹੋਇਆ, ਕੀ ਪਹਿਲਾਂ ਵੀ ਇਸ ਤਰ੍ਹਾਂ ਦੀ ਘਟਨਾ ਹੋਈ? ਹਾਂਜੀ, ਪਹਿਲੀ ਵਾਰ ਬੁਰਜ ਜਵਾਹਰ ਸਿੰਘ ਵਾਲਾ ਪਿੰਡ ਦੇ ਵਿੱਚ 2015 ਦੇ ਵਿੱਚ 1 ਜੂਨ ਨੂੰ ਬਾਦਲ ਸਰਕਾਰ ਦੇ ਵਕਤ ਹੋਇਆ ਸੀ। ਮੈਂ ਕਹਿ ਰਿਹਾ ਕਿ ਇਹ ਦੂਜੀ, ਜਿਹੜਾ ਉੱਦਾਂ ਬੇਅਦਬੀ ਦੀਆਂ ਘਟਨਾਵਾਂ ਬਹੁਤ ਵਾਰੀ ਹੋਈਆਂ ਨੇ, ਪਰ ਜਿਹੜਾ ਚੋਰੀ ਵਾਲਾ ਮਸਲਾ ਹੈ ਇਹਨਾਂ ਸਮਿਆਂ ਦੇ ਦੌਰਾਨ ਇਹ ਦੂਜੀ ਵਾਰੀ ਫੇਰ ਵਾਪਰਿਆ ਜੀ। ਤੇ ਗੱਲ ਕਰ ਲਈ ਜਿਸ ਤਰ੍ਹਾਂ ਕਿ ਗੁਰਦੁਆਰਾ ਸਾਹਿਬ ਤੁਸੀਂ ਵੀ ਦੱਸ ਰਹੇ ਹੋ ਕਿ ਲਗਾਤਾਰ ਕਈ ਪਾਠੀ ਸਿੰਘ ਇੱਥੇ ਡਿਊਟੀਆਂ ਨਿਭਾਉਂਦੇ ਆ ਔਰ ਦੇਖ ਕੇ ਵੀ ਬੜੀ ਵਿਸ਼ਾਲ ਜਿਹੜੀ ਇਮਾਰਤ ਹੈ ਔਰ ਬੜੇ ਵੱਡੇ ਪੱਧਰ ਤੇ ਇੱਥੇ ਕੰਮ ਚੱਲ ਰਿਹਾ ਔਰ ਇਸ ਤੋਂ ਹੀ ਪਤਾ ਲੱਗ ਜਾਂਦਾ ਵੀ ਬਹੁਤ ਲੋਕਾਂ ਦੀ ਆਸਥਾ ਜੁੜੀ ਹੋਈ ਗੁਰਦੁਆਰਾ ਸਾਹਿਬ ਦੇ ਨਾਲ। ਤੇ ਇੱਥੇ ਜੇ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਪ੍ਰਬੰਧਕਾਂ ਦੀ ਘਾਟ ਹੈ, ਕਿਤੇ ਨਾ ਕਿਤੇ ਜਿਹੜੇ ਲੋਕ ਇੱਥੇ ਕੋਈ ਡਿਊਟੀ ਦਿੰਦੇ ਸੀ ਚੌਂਕੀਦਾਰੀ ਵਾਸਤੇ ਜਾਂ ਉਸ ਜਿਹੜਾ ਲੋਕਾਂ ਦੀ ਜ਼ਿੰਮੇਵਾਰੀ ਬਣਦੀ ਹੈ, ਉਹ ਲੋਕ ਕਿਉਂ ਨਹੀਂ ਅੱਗੇ ਆਏ? ਤੁਸੀਂ ਕਹਿ ਰਹੇ ਹੋ ਕਿ 9 ਦਿਨ ਬਾਅਦ ਜਿਹੜਾ ਹੈ ਦੱਸਿਆ ਗਿਆ, ਕਿਉਂ ਇਸ ਤਰ੍ਹਾਂ ਕੀਤਾ ਗਿਆ? ਦੇਖੋ ਜੀ, ਇਹ ਤਾਂ ਇੱਥੇ ਸਾਰਾ ਪਿੰਡ
ਅੱਜ ਮੈਨੂੰ ਸਾਰੇ ਪ੍ਰਬੰਧਕਾਂ ਨੇ, ਪਿੰਡ ਵਾਲਿਆਂ ਨੇ ਦੱਸਿਆ ਹੈ ਕਿ ਪਿੰਡ ਜਿਹੜਾ ਬਹੁਤ ਮਤਲਬ ਗੱਲ ਕਰਨ ਨੂੰ ਵੀ ਕੋਈ ਤਿਆਰ ਨਹੀਂ ਸੀ। ਅੱਜ ਜਦੋਂ ਪਿੰਡ ਨੂੰ ਪਤਾ ਲੱਗਿਆ ਵੀ ਅਸੀਂ ਵੀ ਇੱਥੇ ਆਏ ਆ, ਸਾਰਾ ਵੀਰ ਹਰਜੀਤ ਸਿੰਘ ਢਪਾਲੀ ਮੇਰੇ ਨਾਲ ਨੇ, ਹੋਰ ਸਾਰੇ ਬੰਦੇ ਆਏ ਨੇ ਵੱਖ-ਵੱਖ, ਤਾਂ ਇਹ ਪਿੰਡ ਵਾਲੇ ਵੀ ਆ ਗਏ ਸਾਹਮਣੇ। ਰੋਸ ਸਾਰਿਆਂ ਦੇ ਅੰਦਰ ਸੀਗਾ। ਸੋ ਜਿਹੜਾ ਇੱਥੇ ਪ੍ਰਬੰਧ ਹੈ ਜੀ ਉਹ ਕੋਈ ਬਹੁਤਾ ਵਧੀਆ ਢੰਗ ਨਾਲ ਨਹੀਂ ਚੱਲ ਰਿਹਾ। ਜਿਹੜੀ ਸਭ ਤੋਂ ਵੱਡੀ ਮਿਸਾਲ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਸਾਡੇ ਲਵੇ ਹੈ ਕੀ ਹੈ ਜੀ। ਔਰ ਜੇ ਗੁਰੂ ਗ੍ਰੰਥ ਸਾਹਿਬ ਦੀ ਵੀ ਸੰਭਾਲ ਨਹੀਂ ਬੰਦੇ ਕਰ ਸਕਦੇ ਤਾਂ ਫਿਰ ਇਹਨਾਂ ਨੂੰ ਮਤਲਬ ਇਹ ਕੰਮ ਛੱਡ ਦੇਣਾ ਚਾਹੀਦਾ। ਔਰ ਸਮਰਪਿਤ ਭਾਵਨਾ ਵਾਲੇ ਇੱਥੇ ਪਾਰਟੀਆਂ ਨਾ ਵੇਖੀਆਂ ਜਾਣ ਗੁਰਦੁਆਰਿਆਂ 'ਚ, ਕੌਣ ਅਕਾਲੀ ਕੌਣ ਕਾਂਗਰਸੀ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ, ਸੇਵਾ ਨੂੰ ਸਮਰਪਿਤ ਬੰਦੇ ਜਿਹੜੇ ਉਸ ਡਿਊਟੀਆਂ ਨਿਭਾਉਣ। ਤਾਂ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਜੀ ਵੀ ਇਹ ਬਹੁਤ ਖਤਰਨਾਕ ਰੁਝਾਨ ਚੱਲ ਪਿਆ ਪੰਜਾਬ ਦੇ ਵਿੱਚ। ਇਹਦਾ ਹੱਲ ਹੈ ਜਿਹੜਾ ਉਹ ਨਿਕਲਣਾ ਚਾਹੀਦਾ, ਕਿਉਂਕਿ ਇਹਦਾ ਕਾਰਨ ਇਹੀ ਹੈ, ਇਹ ਜਿਹੜੇ ਗੁੰਡਾ ਅਨਸਰ ਨੇ ਜਾਂ ਸ਼ਰਾਰਤੀ ਅਨਸਰ ਨੇ, ਇਹਨਾਂ ਦੇ ਹੌਸਲੇ ਇੰਨੇ ਇਸੇ ਕਰਕੇ ਬੁਲੰਦ ਹੋ ਰਹੇ ਨੇ ਕਿਉਂਕਿ ਜਦੋਂ ਬਰਨਾਲਾ ਸਰਕਾਰ ਵਕਤ 1986 ਦੇ ਵਿੱਚ ਨਕੋਦਰ ਕਾਂਡ ਵਾਪਰਿਆ, ਉੱਥੇ ਵੀ ਦੋਸ਼ੀਆਂ ਦੇ ਉੱਤੇ ਕੋਈ ਕਾਰਵਾਈ ਨਾ ਹੋਈ। 2015 ਵਾਲੇ ਦੋਸ਼ੀਆਂ ਦੇ ਉੱਤੇ ਵੀ ਅਜੇ ਪ੍ਰੋਪਰ ਕਾਰਵਾਈ ਨਹੀਂ ਹੋ ਰਹੀ। ਤਾਂ ਜਦੋਂ ਅਸੀਂ ਬੇਅਦਬੀ ਕਰਨ ਵਾਲਿਆਂ ਨੂੰ ਲਗਾਤਾਰ ਸਰਕਾਰਾਂ ਬਚਾਉਣ ਲੱਗ ਜਾਣਗੀਆਂ ਤਾਂ ਮਤਲਬ ਉਹਨਾਂ ਦੇ ਹੌਸਲੇ ਹੋਰ ਬੁਲੰਦ ਹੋ ਜਾਂਦੇ ਨੇ। ਤੇ ਮੈਂ ਇਹ ਸਮਝਦਾ ਕਿ ਜੇ ਇਹਨਾਂ ਦੇ ਉੱਤੇ ਬਣਦੀ ਕਾਰਵਾਈ ਹੋ ਜਾਵੇ ਤਾਂ ਭਵਿੱਖ ਵਿੱਚ ਗੁੰਡਾ ਅਨਸਰਾਂ ਨੂੰ ਜਿਹੜਾ ਹੱਥਾਂ ਪੈਰਾਂ ਦੀ ਪੈ ਜੂਗੀ। ਕਿਉਂਕਿ ਗੁਰੂ ਗ੍ਰੰਥ ਸਾਹਿਬ ਜਿਹੜਾ ਹੈਗਾ ਉਹ ਇਕੱਲੇ ਸਿੱਖਾਂ ਦਾ ਨਹੀਂ, ਹਿੰਦੂਆਂ ਦਾ ਵੀ ਹੈ, ਮੁਸਲਮਾਨਾਂ ਦੀ ਵੀ ਹੈ, ਪੂਰੀ ਮਨੁੱਖਤਾ ਦਾ ਸਰਬ ਸਾਂਝਾ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ। ਸੋ ਇਹ ਹਿੰਦੂਆਂ ਦੇ ਵੀ ਦਿਲ ਉਹਨੇ ਦੁਖਦੇ ਆ, ਮੁਸਲਮਾਨਾਂ ਦੇ ਵੀ ਦੁਖਦੇ ਆ। ਮੈਂ ਵੇਖਿਆ ਪਿਛਲੇ ਸੰਘਰਸ਼ ਦੇ ਵਿੱਚ ਸਾਰੀਆਂ ਕੌਮਾਂ ਇਕੱਠੇ ਹੋ ਕੇ ਆਉਂਦੇ ਰਹੇ ਨੇ। ਸੋ ਇਹ ਸਾਡਾ ਸਭ ਦਾ ਸਾਂਝਾ ਹੈਗਾ। ਤੇ ਇਹ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀ ਨੇ ਉਹਨਾਂ ਤੇ ਬਣਦੀ ਕਾਰਵਾਈ ਕਰਨ ਕੈਪਟਨ ਅਮਰਿੰਦਰ ਸਿੰਘ, ਫੇਰ ਹੀ ਜਿਹੜਾ ਦੁਨੀਆ ਭਰ 'ਚ ਵਸਦੇ ਹੋਏ ਸਿੱਖਾਂ ਦੇ ਹਿਰਦੇ ਜਿਹੜੇ ਠੰਡੇ ਹੋ ਸਕਦੇ ਆ ਜੀ। ਜੀ ਬਿਲਕੁਲ ਜੀ, ਤੁਹਾਡੀ ਗੱਲ ਬਿਲਕੁਲ ਦਰੁਸਤ ਹੈ। ਸੋ ਹੋਰ ਸੰਗਤਾਂ ਵੀ ਇੱਥੇ ਪਹੁੰਚੇ ਹੋਈਆਂ, ਨਾਲ ਸਾਡੇ ਭਾਈ ਸਾਹਿਬ ਖੜੇ, ਇਹਨਾਂ ਨਾਲ ਵੀ ਗੱਲ ਕਰਦੇ ਆ ਜੀ। ਤੁਸੀਂ ਕਿਸ ਜਥੇਬੰਦੀ ਤੋਂ ਆਏ ਹੋ? ਹਾਂਜੀ, ਦਰਬਾਰੇ ਖਾਲਸਾ ਵੱਲੋਂ ਹੀ ਅਸੀਂ। ਸੋ ਮੈਂ ਤਾਂ ਇਹੀ ਬੇਨਤੀ ਕਰਨੀ ਚਾਹੁੰਦਾ ਵੀ ਮਤਲਬ ਦੇਖੋ, ਸਰਕਾਰ ਮੈਂ ਇੱਕ ਉਦਾਹਰਨ ਦਿਆਂਗਾ। 27 ਤਰੀਕ ਨੂੰ ਮਤਲਬ ਕਿ ਡੇਰਾ ਪ੍ਰੇਮੀਆਂ ਦੀ, ਜਿਨ੍ਹਾਂ ਦੋਸਤਾਂ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਈਬਲ ਜਿਹੜਾ ਉਹ ਬੁਰਜ ਜਵਾਹਰ ਸਿੰਘ ਵਾਲੇ ਸਰੂਪ ਦੀ ਬੇਅਦਬੀ ਕੀਤੀ ਸੀ, ਜਦੋਂ ਉਹਨਾਂ ਨੂੰ ਮਤਲਬ ਕਿ ਜ਼ਮਾਨਤ ਮਿਲੀ ਆ, ਤਾਂ ਯਕਦਮ ਪੰਜਾਬ ਦਾ ਜਿਹੜਾ ਖੁਫੀਆ ਵਿਭਾਗ ਆ ਉਹਨੇ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਸ਼ਾਸਨ ਨੂੰ ਇਨਫੋਰਮ ਕੀਤਾ ਕਿ ਭਾਈ ਇਹਨਾਂ ਨੂੰ ਖਤਰਾ ਹੋ ਸਕਦਾ, ਇਹ ਬਾਹਰ ਆ ਰਹੇ ਆ, ਤੇ ਇਹਨਾਂ ਨੂੰ ਜਿਹੜੀ ਸਿਕਿਉਰਿਟੀ ਦਿੱਤੀ ਜਾਵੇ। ਵੀ ਕਿੰਨਾ ਅਲਰਟ ਆ ਸਾਡਾ ਖੁਫੀਆ ਵਿਭਾਗ। ਇੱਕ ਪਾਸੇ ਕੋਈ ਘਟਨਾ ਵਾਪਰਨੀ ਆ, ਉਹ ਤੋਂ ਪਹਿਲਾਂ ਹੀ ਮਤਲਬ ਕਿ ਦੱਸ ਦਿੰਦੇ ਵੀ ਆਹ ਘਟਨਾ ਹੋ ਸਕਦੀ ਹੈ, ਅਸੀਂ ਬਚਾਓ। ਪਰ ਇੱਥੇ ਕੈਪਟਨ ਅਮਰਿੰਦਰ ਸਿੰਘ ਦੇ ਘਰ ਤੋਂ 10 ਕਿਲੋਮੀਟਰ ਦੂਰ ਘੁੱਗਬਸ ਦੇ ਪਿੰਡ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋਏ ਨੂੰ 10 ਦਿਨ ਹੋ ਗਏ, ਤੇ 10 ਦਿਨਾਂ ਦੇ ਵਿੱਚ ਖੁਫੀਆ ਤੰਤਰ ਸੁੱਤਾ ਪਿਆ, ਨਾਲ ਹੀ ਮੁੱਖ ਮੰਤਰੀ ਸੁੱਤਾ ਪਿਆ। ਅੱਜ ਤੱਕ ਇੱਥੇ ਕੋਈ ਐਕਸ਼ਨ ਹੀ ਨਹੀਂ ਹੋਇਆ, ਕੋਈ ਇੱਥੇ ਪ੍ਰਸ਼ਾਸਨ ਦਾ ਅਧਿਕਾਰੀ ਨਹੀਂ ਪਹੁੰਚਿਆ, ਕੋਈ ਇੱਥੇ ਐਸਡੀਐਮ ਨਹੀਂ ਆਇਆ। ਕੋਈ ਛੋਟਾ ਜਿਹਾ ਪਿੰਡ ਆ, ਪੂਰੇ ਪਿੰਡ 'ਚ ਉਸੇ ਦਿਨ 'ਚੋਂ ਸੀਲ ਕਰਕੇ ਯਕਦਮ ਜੇ ਪਤਾ ਲੱਗਿਆ ਸੀਗਾ, ਉਸੇ ਦਿਨ ਤੋਂ ਤਫਸੀਸ ਕਰਦੇ, ਤੇ ਅੱਜ ਤਾਂ ਗੱਲ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਸੀ। ਇੱਥੇ ਕੋਈ ਐਫਆਈਆਰ ਦਰਜ ਕਰਵਾਈ ਗਈ ਸੀ? ਵੀ ਇੰਨੀ ਅਣਗਹਿਲੀ, ਮੈਂ ਜਿਵੇਂ ਵੀਰ ਮਾਝੀ ਹੁਣਾਂ ਨੇ ਦੱਸਿਆ ਕਿ ਜਿਹੜੇ ਇੱਥੋਂ ਦੇ ਪ੍ਰਬੰਧਕ ਨੇ, ਦੇਖੋ 20 ਤਰੀਕ ਨੂੰ ਇਹਨਾਂ ਨੂੰ ਪਤਾ ਲੱਗਿਆ, ਐ ਨਹੀਂ ਪਤਾ ਉਦੋਂ ਪਹਿਲਾਂ ਦੇ ਸਰੂਪ ਚੋਰੀ ਹੋਏ ਹੋਣ। ਇੱਥੋਂ ਦੇ ਮਤਲਬ ਜਿਹੜੇ ਪ੍ਰਬੰਧਕ ਨੇ, ਇੱਥੋਂ ਜਿਹੜੇ ਗੁਰਦੁਆਰੇ ਦੇ ਗ੍ਰੰਥੀ ਸਿੰਘ ਨੇ ਜਾਂ ਉੱਥੋਂ ਜਿਹੜੇ, ਉਹਨਾਂ ਨੂੰ 20 ਤਰੀਕ ਨੂੰ ਪਤਾ ਲੱਗਿਆ। 23 ਤਰੀਕ ਨੂੰ ਥੋੜੀ ਗੱਲ ਬਾਹਰ ਆਉਣੀ ਸ਼ੁਰੂ ਹੋਈ। ਫਿਰ ਵੀ ਮਤਲਬ ਈਵਨ ਪਿੰਡ ਦੀ ਪੰਚਾਇਤ ਨੂੰ ਨਹੀਂ ਦੱਸਿਆ, ਪਿੰਡ ਦੇ ਹੋਰ ਜਿਹੜੇ ਸੰਗਤ ਨੇ, ਇੱਥੇ ਵੱਡੀ ਗਿਣਤੀ 'ਚ ਸੰਗਤ ਆਉਂਦੀ ਹੈ, ਇੱਥੇ ਕਿਸੇ ਨੂੰ ਨਹੀਂ ਦੱਸਿਆ ਗਿਆ ਵੀ ਐਡੀ ਵੱਡੀ ਘਟਨਾ ਵਾਪਰ ਗਈ। ਮੈਂ ਇੱਥੋਂ ਦੇ ਪ੍ਰਧਾਨ ਹੋਣਾ ਨੇ ਵੀ ਗੱਲ ਕੀਤੀ ਹੈ, ਸਤਪਾਲ ਸਿੰਘ ਉਹਨਾਂ ਨੇ ਸੰਗਤ ਵਿੱਚ ਸਵਾਲ ਜਵਾਬ ਕੀਤੇ, ਉਹਨਾਂ ਨੂੰ ਕੋਈ ਗੱਲ ਨਹੀਂ ਆਈ, ਨਾ ਇੱਥੋਂ ਦੇ ਗ੍ਰੰਥੀ ਨੂੰ ਕੋਈ ਚੱਜ ਨਾਲ ਗੱਲ ਆ ਰਹੀ ਆ। ਇੱਥੇ ਸੱਚਖੰਡ ਦੇ ਵਿੱਚ ਕਹਿੰਦੇ ਵੀ ਲੌਕ ਖਰਾਬ ਹੋਵੇ, ਚਾਬੀ ਵਿੱਚ ਹੀ ਰਹਿ ਜਾਂਦੀ ਆ। ਤੇ ਮੈਂ ਗ੍ਰੰਥੀ ਸਿੰਘ ਨੂੰ ਪੁੱਛਿਆ ਵੀ ਤੁਹਾਡੇ ਘਰ ਦਾ ਜਿਹੜਾ, ਮੈਂ ਕਹਿੰਦੇ ਅਸੀਂ ਤਾਂ ਚਾਬੀ ਵਿੱਚ ਹੀ ਛੱਡ ਕੇ ਚੱਲ ਜਾਂਦੇ ਵੀ ਲੌਕ ਖਰਾਬ ਆ। ਮੈਂ ਕਿਹਾ ਤੁਸੀਂ ਜਿਹੜੇ ਕਮਰੇ ਸੌਂਦੇ ਹੋ, ਜੇ ਉਹਦਾ ਲੌਕ ਖਰਾਬ ਹੋ ਜੇ ਤੇ ਵਿੱਚ ਹੀ ਚਾਬੀ ਛੱਡ ਕੇ ਚਲੇ ਜਾਂਦੇ। ਉਹਨੇ ਦੰਦ ਕੱਢਣ ਲੱਗ ਗਿਆ, ਕਹਿੰਦਾ ਨਹੀਂ ਜੀ ਛੱਡ ਕੇ ਨਹੀਂ ਜਾਂਦੇ। ਮੈਂ ਕਿਹਾ ਇੱਕ ਤੇਰੇ ਆਮ ਘਰ 'ਚ 5-10 ਹਜ਼ਾਰ ਦੀ ਚੀਜ਼ ਹੋਊਗੀ, ਆਪਦੇ ਕਮਰੇ ਨੂੰ ਤੂੰ ਸੁੰਨਾ ਛੱਡ ਕੇ ਨਹੀਂ ਜਾਂਦਾ। ਤੇ ਹੁਣ ਉਹ ਗੁਰੂ ਗ੍ਰੰਥ ਸਾਹਿਬ ਜਿੱਥੇ ਸਰੂਪ ਨੇ, ਉਹ ਸੱਚਖੰਡ ਦੀ ਜਿੰਦਾ ਖਰਾਬ ਹੋਇਆ, ਇੰਨਾ ਬਜਟ ਆ। ਇੱਥੇ ਦੱਸਿਆ ਵੀਰਾਂ ਨੇ 98 ਲੱਖ ਰੁਪਈਆ ਸਾਲ ਦਾ ਬਜਟ ਆ, ਤੇ ਤੁਸੀਂ 200-250 ਰੁਪਏ ਦਾ ਲੋਕ ਨਹੀਂ ਲਵਾ ਸਕਦੇ। ਇਹ ਅਣਗਹਿਲੀ ਹੈ, ਪ੍ਰਬੰਧਕਾਂ ਦੀ ਵੀ ਹੈ, ਇੱਥੋਂ ਦੇ ਗ੍ਰੰਥੀ ਦੀ ਵੀ ਅਣਗਹਿਲੀ ਹੈ, ਤੇ ਨਾਲ ਹੀ ਪ੍ਰਸ਼ਾਸਨ ਦੀ। ਕੀ ਪ੍ਰਸ਼ਾਸਨ ਦੀ ਰਿਸਪੌਂਸਿਬਿਲਟੀ ਨਹੀਂ ਹੈ ਇੱਥੇ? ਐਡੀ ਵੱਡੀ ਘਟਨਾ ਵਾਪਰ ਗਈ। ਪਹਿਲਾਂ 2015 ਦੇ ਵਿੱਚ ਜਿਹੜੀ ਘਟਨਾ ਵਾਪਰੀ ਆ, ਉਹਦਾ ਸੇਕ ਹਲੇ ਮੱਠਾ ਨਹੀਂ ਹੋਇਆ, ਹਲੇ ਸਾਡੇ ਜ਼ਖਮ ਮੱਲੇ ਨੇ। ਇੱਥੇ ਫਿਰ ਸਿੱਖਾਂ ਨੂੰ ਦੁਬਾਰੇ ਫਿਰ ਜਿਹੜਾ ਭੜਕਾਇਆ ਜਾ ਰਿਹਾ, ਇਹਦੇ ਸਾਡੇ ਜ਼ਖਮਾਂ ਜਿਹੜੇ ਉਚੇੜੇ ਜਾ ਰਹੇ ਆ। ਕੌਣ ਰਿਸਪੌਂਸੀਬਲ ਆ, ਕਿਹਦੀ ਕਮਜ਼ੋਰੀ ਹੈ? ਪ੍ਰਸ਼ਾਸਨ। ਹੁਣ ਐਸਪੀਡੀ ਨੂੰ ਮਿਲਿਆ ਹੋਇਆ 29 ਤਰੀਕ ਨੂੰ ਵੀਰ ਜੀ, ਇੱਥੋਂ ਦੀ ਪੰਚਾਇਤ ਨੇ, ਇੱਥੋਂ ਦੇ ਬਲਾਕ ਸੰਮਤੀ ਮੈਂਬਰ ਨੇ, ਸਮੁੱਚੇ ਪਿੰਡ ਨੇ ਸਾਈਨ ਕਰਕੇ। ਕਮੇਟੀ ਕੋਈ ਇਨਵੋਲਵ ਨਹੀਂ, ਕਮੇਟੀ ਵਾਲੇ ਨੇ ਐਪਲੀਕੇਸ਼ਨ ਦੇਣੀ ਜ਼ਰੂਰੀ ਨਹੀਂ ਸਮਝੀ। ਵੇਖੋ, ਨਾ ਐਸਐਚਓ ਨੂੰ, ਨਾ ਐਸਪੀਡੀ ਦੇ,
ਤੇ ਫਿਰ ਨਾ ਹੀ ਮਤਲਬ ਅਕਾਲ ਤਖਤ ਸਾਹਿਬ ਤੇ ਚਲੋ ਕਈ ਵੀ ਧਾਰਮਿਕ ਤੌਰ ਤੇ ਉਹਨਾਂ ਨੇ ਅਪਲਾਈ ਕਰਤਾ ਹੋਵੇ, ਦੱਸਤਾ ਹੋਵੇ ਨਾ, ਤੇ ਇਸਨੇ ਇੱਥੋਂ ਦੇ ਜਿਹੜੇ ਐਸਜੀਪੀਸੀ ਮੈਂਬਰ ਅੱਜ ਤੱਕ ਨਹੀਂ ਇੱਥੇ ਪਹੁੰਚੇ। ਹਾਂ, ਇੱਥੇ ਕੋਈ ਲੀਡਰ ਨੇ ਆਉਣਾ ਹੁੰਦਾ, ਇੱਥੇ ਲੌਂਗੋਵਾਲ ਨੇ ਆਉਣਾ ਹੁੰਦਾ ਜਾਂ ਹੋਰ ਕਿਸੇ ਲੀਡਰ ਨੇ ਆਉਣਾ, ਇੱਥੇ ਨੱਕ ਨਾਲ ਲਖੀਰਾਂ ਕੱਢਦੇ ਹੋਣਾ ਸੀ ਐਸਜੀਪੀਸੀ ਮੈਂਬਰ ਨੇ, ਤੇ ਇੱਥੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋ ਗਿਆ। ਐਸਜੀਪੀ ਦੇ ਉਹਦੇ ਕੰਨ ਤੇ ਜੂੰ ਨਹੀਂ ਸਰਕਾਰੀ ਵੀ ਕਿੱਧਰ ਉਹ। ਤੇ ਕੱਲ ਕੀ ਹੈ ਵੀ ਐਸਪੀਡੀ ਨੂੰ 29 ਤਰੀਕ ਦੀ ਵੀਰ ਜੀ ਇਹਨਾਂ ਨੇ ਪਹੁੰਚ ਕੀਤੀ ਹੋਈ ਹੈ, ਪਿੰਡ ਵਾਲਿਆਂ ਨੇ, ਇਹਨਾਂ ਕੋਲੇ ਫੋਟੋ ਸਟੇਟ ਹੈਗੀ ਸਾਰੀ, ਮਤਲਬ ਜੋ ਐਪਲੀਕੇਸ਼ਨ ਦਿੱਤੀ ਹੈ ਉਹਨਾਂ ਨੇ, ਤੇ 29 ਤਰੀਕ ਤੋਂ ਬਾਅਦ 2 ਅਗਸਤ ਲੰਘ ਚੁੱਕਿਆ। ਇੰਨੇ ਦਿਨ ਲੰਘ ਗਏ ਆ, ਲਗਭਗ 4-5 ਦਿਨ ਲੰਘ ਗਏ ਆ ਤੇ ਪ੍ਰਸ਼ਾਸਨ ਵੱਲੋਂ ਕੋਈ ਆਊਟਪੁੱਟ ਨਹੀਂ। ਜਿਹੜੇ ਸੀਸੀਟੀਵੀ ਕੈਮਰੇ ਲੱਗੇ ਹੋਏ ਸੀ ਇੱਥੇ, ਉਹਨਾਂ ਦੀ ਡੀਵੀਆਰ ਵੀ ਆ ਜਿਹੜੀ ਪ੍ਰਸ਼ਾਸਨ ਨੂੰ ਇਹਨਾਂ ਨੇ ਦੇ ਦਿੱਤੀ ਆ। ਜੇ 5 ਦਿਨਾਂ ਦੇ ਵਿੱਚ ਐਡੀ ਵੱਡੀ ਘਟਨਾ, ਜਿਹੜੀ ਇਦੋਂ ਵੱਡੀ ਹੋਰ ਕਿਹੜੀ ਘਟਨਾ ਦਾ ਇੰਤਜ਼ਾਰ ਕਰ ਰਹੇ ਵੀ ਇਦੋਂ ਵੱਡੀ ਸਿੱਖਾਂ ਲਈ ਪੰਜਾਬ ਦੇ ਵਿੱਚ, ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋ ਗਿਆ, ਤੇ ਇਦੋਂ ਵੱਡੀ ਹੋਰ ਕਿਹੜੀ ਘਟਨਾ ਦਾ ਕੈਪਟਨ ਅਮਰਿੰਦਰ ਸਿੰਘ ਇੰਤਜ਼ਾਰ ਕਰ ਰਿਹਾ ਵੀ ਕੋਈ ਉਹ ਘਟਨਾ ਘਟੂਗੀ, ਹੋਰ ਅੱਗ ਲੱਗੂਗੀ, ਫੇਰ ਮੈਂ ਸੁੱਤਾ ਮਹਿਲਾਂ ਚੋਂ ਜਾਗੂੰਗਾ, ਜਾਂ ਐਸਪੀਡੀ ਜਾਂ ਐਸਡੀਐਮ ਫੇਰ ਆਉਣਗੇ। ਪੂਰਾ ਪਿੰਡ ਇੱਥੇ ਤਰਾਹ ਕਰ ਰਿਹਾ, ਇੱਥੇ ਮਾਵਾਂ ਭੈਣਾਂ ਬਜ਼ੁਰਗ ਬਾਪੂ ਬੱਚੇ ਸਾਰੇ ਇੱਥੇ ਨੌਜਵਾਨ ਸਮੇਤ ਸਾਰੇ ਉਹਨਾਂ ਦੇ ਮਤਲਬ ਕਹਿ ਲਓ ਦਿਲ ਟੁੱਟੇ ਹੋਏ ਨੇ। ਉੱਥੇ ਕਮੇਟੀ ਦਾ ਜਿੱਥੇ ਕਸੂਰ ਆ, ਇੱਥੋਂ ਦੇ ਗ੍ਰੰਥੀਆਂ ਦਾ ਕਸੂਰ ਆ, ਉੱਥੇ ਪ੍ਰਸ਼ਾਸਨ ਦਾ, ਸਰਕਾਰ ਦੀ ਬਹੁਤ ਵੱਡੀ ਲਾਪਰਵਾਹੀ ਹੈ। ਜੀ ਬਿਲਕੁਲ, ਜਿਸ ਤਰ੍ਹਾਂ ਕਿ ਤੁਸੀਂ ਦੱਸਿਆ ਇੱਥੇ ਪਿੰਡ ਵਾਸੀ ਵੀ ਹੈਗੇ, ਆਪਾਂ ਉਹਨਾਂ ਨਾਲ ਵੀ ਗੱਲ ਕਰ ਲਈਏ। ਸੋ ਤੁਸੀਂ ਬਾਪੂ ਜੀ ਪਿੰਡ ਤੋਂ ਆਏ ਹੋ, ਕੀ ਕਹਿਣਾ ਚਾਹੋਗੇ ਜੋ ਇਹ ਘਟਨਾ ਹੋਈ ਹੈ, ਜੋ ਕਿ ਸਾਰੇ ਹੀ ਜਿਹੜੇ ਦਿਲ ਜਿਨ੍ਹਾਂ ਦੇ ਦੁਖ ਰਹੇ ਆ, ਅੱਜ ਸੰਗਤ ਇੱਥੇ ਜੁੜੀ ਹੈ, ਉਹਨਾਂ ਨੂੰ ਅੰਦਰ ਇੱਕ ਰੋਸ਼ ਹੈ, ਤੁਸੀਂ ਪਿੰਡ ਦੇ ਵਸਨੀਕ ਹੋ, ਤੁਸੀਂ ਕੀ ਸਮਝਦੇ ਹੋ ਇਸ ਘਟਨਾ? ਨਹੀਂ, ਅਸੀਂ ਤਾਂ ਇਸ ਦੀ ਬੇਨਤੀ ਕਰਦੇ ਹਾਂ ਜੀ ਇਹਨਾਂ ਨੂੰ, ਸਰਕਾਰ ਵਾਸਤੇ, ਹੋਰ ਸਭ ਲਈ, ਇਹਨਾਂ ਕਮੇਟੀ ਵਾਸਤੇ ਵੀ ਇਹਨਾਂ ਨੇ ਕਿਸੇ ਨੂੰ ਕੋਈ ਸ਼ਿਕਾਇਤ ਨਹੀਂ ਕਰੀ। ਸਾਨੂੰ ਬੜਾ ਰੋਸ ਹੈ। ਨਹੀਂ, ਜੇ ਇੱਕ ਦਿਨ ਗੁਰੂ ਗ੍ਰੰਥ ਸਾਹਿਬ ਜੀ ਇਹਨਾਂ ਨੇ ਅਨਾਉਂਸਮੈਂਟ ਕਰਨੀ, ਪਿੰਡ ਨੂੰ ਬੁਲਾਉਂਦੇ, ਸਾਡਾ ਹਿਰਦਾ ਠੰਡਾ ਹੁੰਦਾ ਵੀ ਹਾਂ ਕਮੇਟੀ ਕਰ ਰਹੀ ਆ ਕੁਛ। ਕਮੇਟੀ ਨੇ ਤੱਕ ਕੁਛ ਨਹੀਂ ਕਰਿਆ ਇਹਨਾਂ ਨੇ, ਨਾ ਕਿਸੇ ਨੇ ਇਹਨਾਂ ਰਾਗੀ ਸਾਗੀ ਨੇ ਜੀ। ਇਹਨਾਂ ਤੇ ਬਣਦੀ ਕਾਰਵਾਈ ਕਰੀ ਜਾਵੇ ਜੀ। ਤੁਸੀਂ ਵੀ ਪਿੰਡ ਤੋਂ ਹੀ ਹੋ ਜੀ? ਹਾਂ, ਅੱਗੇ ਆਓ। ਹਾਂ, ਤੁਸੀਂ ਕੀ ਕਹੋਗੇ? ਅਸੀਂ ਵੀ ਇਹੀ ਕਹਿਣਾ ਚਾਹੁੰਦੇ ਹਾਂ ਕਮੇਟੀ ਮੈਂਬਰਾਂ ਨੂੰ ਵੀ ਕਿਸੇ ਨੂੰ ਸੁਚੇਤ ਨਹੀਂ ਕੀਤਾ ਗਿਆ। ਸਾਨੂੰ ਵੀ ਕਿਸੇ ਬਾਹਰਲੇ ਪਰਸਨ ਤੋਂ ਜਾਂ ਹੋਰ ਹੀ ਪਤਾ ਲੱਗਿਆ। ਉਸ ਤੋਂ ਬਾਅਦ ਪਿੰਡ ਦੇ ਹੋਰ ਮੌਤਬਰ ਬੰਦੇ ਪੰਚਾਇਤ ਨੂੰ ਬੁਲਾ ਕੇ ਅਸੀਂ ਨੇ ਐਸਐਸਪੀ ਸਾਹਿਬ ਨੂੰ ਵੀ ਦਿੱਤੀ ਆ ਦਰਖਾਸਤ, ਅਕਾਲ ਤਖਤ ਸਾਹਿਬ ਤੇ ਭੇਜੀ ਆ। ਉਸ ਤੋਂ ਬਾਅਦ ਇਹ ਅੱਜ ਇਕੱਠ ਹੋਇਆ, ਪਰ ਪ੍ਰਸ਼ਾਸਨ ਵੱਲੋਂ ਕੋਈ ਵੀ ਇੱਥੇ ਆ ਕੇ ਕਾਰਵਾਈ ਨਹੀਂ ਕੀਤੀ ਗਈ। ਹੋਰ ਪਿੰਡ ਵਾਸੀ ਨਾਲ ਮੌਜੂਦ ਨੇ। ਹਾਂਜੀ, ਤੁਸੀਂ ਕੀ ਕਹੋਗੇ ਜੀ ਜੋ ਇਹ ਮੰਦਭਾਗੀ ਘਟਨਾ, ਜਿਸ ਦਾ ਅੱਜ ਪੂਰੇ ਪਾਸੇ ਜਿਹੜਾ ਹੈ ਦੁੱਖ ਹੈ, ਔਰ ਅੱਜ ਸੰਗਤ ਵੀ ਇੱਥੇ ਇਕੱਠੀ ਹੋਈ ਹੈ? ਦੇਖੋ ਜੀ, ਇਸ ਤੋਂ ਮੰਦਭਾਗੀ ਘਟਨਾ ਹੋ ਹੀ ਨਹੀਂ ਸਕਦੀ ਕੋਈ। ਉਸ ਤੋਂ ਮੰਦਭਾਗੀ ਘਟਨਾ ਇਹ ਆ ਵੀ ਕਿਸੇ ਨੇ ਕਾਰਵਾਈ ਨਹੀਂ ਕਰੀ। ਜੋ ਗੁਰਦੁਆਰਾ ਸਾਹਿਬ ਦੀ ਕਮੇਟੀ ਆ, ਉਹਨਾਂ ਨੂੰ ਚਾਹੀਦਾ ਸੀਗਾ ਵੀ ਪਿੰਡ 'ਚ ਅਨਾਉਂਸਮੈਂਟ ਕਰਕੇ ਸਾਰੇ ਪਿੰਡ ਨੂੰ ਬੁਲਾਇਆ ਜਾਵੇ, ਇਹ 'ਤੇ ਕੋਈ ਨਾ ਕੋਈ ਸਟੈਪ ਲਿਆ ਜਾਵੇ। 20 ਤਰੀਕ ਨੂੰ ਉਹਨਾਂ ਨੂੰ ਪਤਾ 23 ਤਰੀਕ ਨੂੰ ਉਹਨਾਂ ਨੂੰ ਪਤਾ ਲੱਗ ਗਿਆ ਸੀਗਾ ਵੀ ਇਹ ਘਟਨਾ ਵਾਪਰ ਗਈ ਆ। ਉਹਨਾਂ ਨੇ 29 ਤਰੀਕ ਨੂੰ ਵੀ ਸਿਰਫ ਪਿੰਡ ਵਾਲੇ ਪੰਚਾਇਤ ਨੇ ਜਾ ਕੇ ਐਪਲੀਕੇਸ਼ਨ ਦਿੱਤੀ ਐਸਐਸਪੀ ਸਾਹਿਬ ਦੇ, ਉਦੋਂ ਪਹਿਲਾਂ ਕਿਸੇ ਨੇ ਕੋਈ ਕਾਰਵਾਈ ਨਹੀਂ ਕਰੀ ਹੈਗੀ। ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ, ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਇਸ ਮਸਲੇ ਜਲਦੀ ਜਲਦ ਕਾਰਵਾਈ ਹੋਵੇ, ਨਹੀਂ ਸਾਨੂੰ ਮਜਬੂਰ ਨਾ ਕਰਨ ਇਹ ਪ੍ਰਸ਼ਾਸਨ ਵਾਲੇ ਵੀ ਅਸੀਂ ਰੋਡ ਜਾਮ ਕਰੀਏ। ਜੀ, ਬਹੁਤ ਬਹੁਤ ਸ਼ੁਕਰੀਆ। ਸੋ ਮਾਝੀ ਜੀ ਨਾਲ ਇੱਕ ਵਾਰ ਫਿਰ ਦੁਬਾਰਾ ਮੈਂ ਗੱਲ ਕਰਾਂਗਾ। ਜਿਸ ਤਰ੍ਹਾਂ ਕਿ ਭਾਈ ਸਾਹਿਬ ਪਿੰਡ ਤੋਂ ਸੀਗੇ, ਇਹਨਾਂ ਨੇ ਦੱਸਿਆ ਕਿ ਸਾਨੂੰ ਰੋਡ ਵੀ ਜਾਮ ਕਰਨੀ ਪੈ ਸਕਦੀ ਹੈ ਜੇਕਰ ਪ੍ਰਸ਼ਾਸਨ ਕਾਰਵਾਈ ਨਹੀਂ ਕਰਦਾ। ਤੁਸੀਂ ਕਿਸ ਤਰ੍ਹਾਂ ਦੀ ਕਾਰਵਾਈ ਪ੍ਰਸ਼ਾਸਨ ਤੋਂ ਚਾਹੁੰਦੇ ਹੋ, ਤੇ ਜੇਕਰ ਨਹੀਂ ਹੁੰਦੀ ਤੇ ਫਿਰ ਕੀ ਰਣਨੀਤੀ ਰਹੂਗੀ? ਦੇਖੋ ਜੀ, ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋਣਾ ਚਾਹੀਦਾ। ਅਸੀਂ ਤਾਂ ਇਹੀ ਸਾਰੀ ਦੁਨੀਆ ਭਰ 'ਚ ਵੱਸਦੇ ਹੋਏ ਸਿੱਖ ਸਮੂਹ ਇਨਸਾਫ ਪਸੰਦ ਲੋਕ ਜਿਨ੍ਹਾਂ ਨੂੰ ਪਤਾ ਲੱਗੂਗਾ ਉਹ ਇਹੀ ਚਾਹਣਗੇ। ਬਾਕੀ ਜੇ ਕਾਰਵਾਈ ਨਹੀਂ ਹੁੰਦੀ ਤਾਂ ਉਹ ਸਾਰੀ ਸੰਗਤ ਨਾਲ, ਸਾਰਿਆਂ ਨਾਲ ਮਿਲ ਕੇ ਰਣਨੀਤੀ ਜਿਵੇਂ ਵੀ ਬਣਾਈ ਜਾਣੀ ਹੈ, ਸਾਰੇ ਪ੍ਰਬੰਧਕਾਂ ਨਾਲ ਉਹ ਰਣਨੀਤੀ ਜਿਹੜੀ ਆ ਉਹ ਦੱਸ ਦਿੱਤੀ ਜਾਊਗੀ ਜੀ। ਤੁਹਾਡੀ ਹੁਣ ਗੁਰਦੁਆਰਾ ਇੱਥੇ ਜਿਹੜੀ ਕਮੇਟੀ ਜਿਹੜੀ ਕੰਮ ਕਰ ਰਹੀ ਹੈ, ਜੋ ਰਾਗੀ ਸਿੰਘ ਇੱਥੇ ਡਿਊਟੀਆਂ ਨਿਭਾ ਰਹੇ ਨੇ, ਉਹਨਾਂ ਨਾਲ ਗੱਲ ਹੋਈ ਤੇ ਉਹਨਾਂ ਦਾ ਕੀ ਰਿਐਕਟ ਸੀ? ਦੇਖੋ ਜੀ, ਮੈਂ ਇੱਥੇ ਜਿਹੜਾ ਪ੍ਰਬੰਧਕਾਂ ਦਾ ਮੈਂ ਚੰਗੀ ਤਰ੍ਹਾਂ, ਅਸੀਂ ਪਹਿਲਾਂ ਤਾਂ ਇੱਥੇ ਲਗਭਗ 1 ਘੰਟਾ ਬੈਠੇ ਰਹੇ ਹਾਂ, ਸੰਗਤ ਹੋਰ ਵੀ ਬੈਠੀ ਰਹੀ ਹੈ। ਪ੍ਰਬੰਧਕ ਦਫ਼ਤਰ ਦੇ ਵਿੱਚ ਰਹੇ ਨੇ, ਉਹ ਕਹਿੰਦੇ ਵੀ ਅਸੀਂ ਮਤਲਬ ਆਉਣਾ ਹੀ ਨਹੀਂ, ਪਹਿਲਾਂ ਤਾਂ ਕਹਿੰਦੇ ਸੀ ਬਹੁਤ ਲੇਟ ਆਏ ਨੇ, ਮਤਲਬ ਉਡੀਕ ਕਰਾ ਕੇ। ਅਸੀਂ ਕਿਹਾ ਵੀ ਇਹ ਕੋਈ ਐਂ ਗੱਲਾਂ ਨਹੀਂ ਹੈਗੀਆਂ ਵੀ ਤੁਸੀਂ ਬੈਠ ਕੇ ਯਾਰ ਗੱਲ ਤਾਂ ਕਰੋ ਨਾ ਬੰਦਿਆਂ ਵਾਂਗੂ। ਔਰ ਫਿਰ ਗ੍ਰੰਥੀ ਸਿੰਘਾਂ ਨੂੰ ਵੀ ਬਹੁਤ ਪੁੱਛਿਆ, ਉਹ ਮਤਲਬ ਉਹਨਾਂ ਨੂੰ ਕੋਈ ਗੱਲ ਨਹੀਂ ਆ ਰਹੀ। ਮੈਨੂੰ ਇਹ ਲੱਗ ਰਿਹਾ, ਮਹਿਸੂਸ ਹੁੰਦਾ ਵੀ ਜਿਵੇਂ ਇੱਕ ਪਿੰਡ ਦੀ ਗੱਲ ਨਹੀਂ, ਜ਼ਿਆਦਾਤਰ ਹੀ ਚੌਧਰਾਂ ਦੇ ਭੁੱਖੇ ਲੋਕ ਗੁਰਦੁਆਰਿਆਂ 'ਚ ਆ ਵੜੇ। ਠੀਕ ਹੈ, ਕਈ ਥਾਵਾਂ ਤੇ ਬਹੁਤ ਸੋਹਣਾ ਪ੍ਰਬੰਧ ਵੀ ਹੈਗਾ। ਹੁਣ ਚੌਧਰਾਂ ਦੇ ਭੁੱਖੇ ਨੇ ਜਾਂ ਹੋਰ ਛੋਟੀਆਂ ਛੋਟੀਆਂ ਸ਼ੌਹਰਤਾਂ ਦੇ ਚੱਕਰ 'ਚ ਆਏ ਹੋਏ ਨੇ। ਤਾਂ ਮੈਂ ਇਹ ਕਹਿਣਾ ਚਾਹੁੰਦਾ ਜੀ, ਆਪ ਜੀ ਦੇ ਮਾਧਿਅਮ ਰਾਹੀਂ ਇਸ ਕਲਿਆਣ ਪਿੰਡ ਦੀ ਘਟਨਾ ਤੋਂ ਘੱਟੋ ਘੱਟ ਅਸੀਂ ਭਵਿੱਖ 'ਚ ਪ੍ਰੇਰਨਾ ਲੈ ਲਈਏ ਵੀ ਗੁਰਦੁਆਰਾ ਸਾਹਿਬ ਦੀ ਜਿਹੜੀ ਸੇਵਾ ਹੈ, ਉਹ ਸੇਵਾ ਭਾਵਨਾ ਵਾਲੇ ਸਮਰਪਿਤ ਬੰਦੇ ਜਿਹੜੇ ਮਰਿਆਦਾ ਰੱਖਣ ਵਾਲੇ ਹੋਣ। ਇੱਥੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸੁਣਨ ਨੂੰ ਮਿਲੀਆਂ ਨੇ ਕਿ ਤਾਂ ਜੀ ਬੰਦੇ ਕਮੇਟੀ ਵਾਲੇ ਆਪ ਹੀ ਨਸ਼ਾ ਵਰਤਦੇ ਨੇ ਜੀ, ਜਾਂ ਹੋਰ ਬਹੁਤ ਕੁਝ ਸਾਨੂੰ ਇੱਥੇ ਬਹੁਤ ਸੁਣਨ ਨੂੰ ਮਿਲਿਆ, ਪਤਾ ਲੱਗਿਆ। ਤਾਂ ਮਤਲਬ ਕਰੋੜਾਂ ਦਾ ਬਜਟ ਹੈ ਇੱਥੇ। ਕਿੰਨਾ ਜੀ? 200 ਵਿੱਘਾ ਜ਼ਮੀਨ ਹੈ ਗੁਰਦੁਆਰਾ ਸਾਹਿਬ ਨੂੰ, 200 ਵਿੱਘਾ ਜ਼ਮੀਨ ਵੀ ਆਉਂਦੀ ਹੈ, ਕਰੋੜ ਦੇ ਲਗਭਗ ਗੋਲਕ ਹੁੰਦੀ ਹੈ ਸਾਲ ਦੀ। ਮੈਨੂੰ ਦੱਸਿਆ ਸਾਰਾ ਵੀ ਤੁਸੀਂ ਘੱਟੋ ਘੱਟ ਪਰਮਾਨੈਂਟ 2 ਬੰਦੇ ਲਾਓ, ਦਿਨੇ 2 ਲਾਓ, ਰਾਤ ਨੂੰ ਜਿਹੜੇ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤਾਬਿਆਂ ਰਹਿਣ,
24 ਘੰਟੇ ਇਹ ਹੋਣਾ ਚਾਹੀਦਾ ਹੈ। ਹੁਣ ਸੀਸੀਟੀਵੀ ਕੈਮਰਿਆਂ ਦੀ ਅਸੀਂ ਗੱਲ, ਉਹ ਤਾਂ ਜਦੋਂ ਘਟਨਾ ਵਾਪਰ ਗਈ ਉਦੋਂ ਬਾਅਦ ਵਿੱਚ ਦੇਖਿਆ ਜਾਊਗਾ, ਉਹ ਵੀ ਅਜੇ ਪ੍ਰਸ਼ਾਸਨ ਕੈਮਰੇ ਲੈ ਗਿਆ, ਮਤਲਬ ਉਹਦੇ ਤੇ ਕੋਈ ਛਾਣਬੀਣ ਜਿਹੜੀ ਹੋ ਨਹੀਂ ਰਹੀ ਸੋਹਣੇ ਢੰਗ ਨਾਲ। ਸੋ ਅਸੀਂ ਤਾਂ ਡੇਲੀ ਪੋਸਟ ਰਾਹੀਂ ਤੁਹਾਡਾ ਧੰਨਵਾਦ ਵੀ ਕਰਦੇ ਹਾਂ ਕਿ ਬਹੁਤ ਮਹੱਤਵਪੂਰਨ ਜਿਹੜਾ ਵਿਸ਼ਾ ਤੁਸੀਂ ਇਹ ਲੋਕਾਂ ਤੱਕ ਲੈ ਕੇ ਜਾਓਗੇ। ਜੇ ਦੁਨੀਆ ਭਰ ਦੇ ਵਿੱਚੋਂ ਆਵਾਜ਼ ਉੱਠੂਗੀ ਤਾਂ ਜਿਹੜਾ ਪ੍ਰਸ਼ਾਸਨ ਤੇ ਇਹ ਸਰਕਾਰ ਥੋੜੀ ਜੀ ਜਾਗੂ ਤੇ ਕੋਈ ਕਾਰਵਾਈ ਹੋ ਜਾਵੇ ਤੇ ਸਿੱਖਾਂ ਦੇ ਹਿਰਦੇ, ਦੁਨੀਆ ਭਰ ਵਿੱਚ ਵਸਦੇ ਸਿੱਖਾਂ ਦੇ ਹਿਰਦੇ ਠੰਡੇ ਹੋ ਜਾਣ। ਤੇ ਮੈਂ ਕਹਿੰਦਾ ਵੀ ਕਿਤੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਂ ਗੱਲ ਬੜੀ ਵੱਡੀ ਹੈ, ਕੋਈ ਵੀ ਪਵਿੱਤਰ ਧਰਮ ਗ੍ਰੰਥ ਹੈ, ਕਿਸੇ ਦੀ ਵੀ ਕੋਈ ਬੇਅਦਬੀ ਕਰਨ ਦੀ ਹਿਮਾਕਤ ਨਾ ਕਰੇ ਦੁਨੀਆ ਤੇ, ਸਾਰੇ ਸੁੱਖ ਸ਼ਾਂਤੀ ਨਾਲ ਰਹਿਣ। ਕਿਸੇ ਨੂੰ ਚੰਗਾ ਲੱਗਦਾ ਕੋਈ ਗ੍ਰੰਥ, ਕੋਈ ਧਰਮ ਗ੍ਰੰਥ ਹੈ, ਪੜ੍ਹੋ, ਨਹੀਂ ਚੰਗਾ ਲੱਗਦਾ ਨਾ ਪੜ੍ਹੋ, ਪਰ ਇਹ ਪਾੜਨ ਵਾਲਿਆਂ ਨੂੰ ਜ਼ਰੂਰ ਸਰਕਾਰ ਨੂੰ ਸਬਕ ਹੈ ਜਿਹੜਾ ਸਿਖਾਉਣਾ ਚਾਹੀਦਾ ਜੀ। ਬਹੁਤ ਬਹੁਤ ਸ਼ੁਕਰੀਆ। ਸੋ ਤੁਸੀਂ ਦੇਖਿਆ ਕਿ ਇਸ ਵਕਤ ਸੰਗਤਾਂ ਦੇ ਦਿਲ ਦੇ ਵਿੱਚ ਭਾਰੀ ਰੋਸ਼ ਹੈ। ਸੋ ਉਹਨਾਂ ਦਾ ਕਹਿਣਾ ਇਹ ਹੈ ਕਿ ਜਲਦ ਤੋਂ ਜਲਦ ਕਾਰਵਾਈ ਅਮਲ ਦੇ ਵਿੱਚ ਲੈਣੀ ਜਾਣੀ ਚਾਹੀਦੀ ਹੈ ਔਰ ਦੁੱਧ ਦਾ ਦੁੱਧ ਔਰ ਪਾਣੀ ਦਾ ਪਾਣੀ ਹੋਣਾ ਚਾਹੀਦਾ। ਅਦਰਵਾਈਜ਼ ਫਿਰ ਸੰਗਤਾਂ ਦੇ ਵਿੱਚ ਜੋ ਵੀ ਅਗਲੀ ਰਣਨੀਤੀ ਤੈਅ ਹੋਏਗੀ ਉਹ ਬੈਠ ਕੇ ਗੱਲ ਕੀਤੀ ਜਾਏਗੀ ਔਰ ਉਸ ਤੋਂ ਬਾਅਦ ਫਿਰ ਇਸ ਦੇ ਨਤੀਜੇ ਸਰਕਾਰ ਖੁਦ ਭੁਗਤੇਗੀ। ਸੋ ਇੱਥੇ ਹੀ ਗੱਲ ਕਰਦੇ ਹਾਂ ਕਿ ਜੇਕਰ ਪ੍ਰਬੰਧਕ ਕਮੇਟੀ ਦੇ ਜੋ ਇੱਥੇ ਬੈਠਦੇ ਆ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਜੇਕਰ ਗੱਲ ਹੁੰਦੀ ਹੈ ਤੇ ਉਹਨਾਂ ਦਾ ਪੱਖ ਜਾਣਦੇ ਆ ਕਿ ਆਖਰ ਇਸ ਤਰ੍ਹਾਂ ਦੀ ਘਟਨਾ ਦੀ ਖਬਰ ਜਿਹੜੀ ਇੰਨੀ ਲੇਟ ਅੱਗੇ ਕਿਉਂ ਆ ਰਹੀ। ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਗੁਰਦੁਆਰਾ ਹਰਦਾਸਪੁਰਾ ਨਗਰ ਕਲਿਆਣ ਦੇ ਵਿੱਚ ਇਸ ਪਾਵਨ ਅਸਥਾਨ ਤੋਂ ਪਿਛਲੀ 20 ਤਰੀਕ ਤੋਂ ਜੋ ਪਾਵਨ ਸਰੂਪ ਹਨ, ਛੋਟੇ ਆਕਾਰ ਦੇ ਵਿੱਚ, ਜੋ ਵਰਲਡ ਵਾਰ ਦੇ ਵਿੱਚ ਫੌਜੀ ਜਵਾਨ ਜਿਹੜੇ ਸਨ ਉਹ ਆਪਣੀ ਦਸਤਾਰ ਦੇ ਵਿੱਚ ਰੱਖਦੇ ਸਨ, ਜਿਨ੍ਹਾਂ ਨੂੰ ਇੱਕ ਲੈਂਸ ਦੇ ਦੁਆਰਾ ਪੜ੍ਹਿਆ ਜਾ ਸਕਦਾ ਸੀ। ਬੜੇ ਦੁਰਲੱਭ ਜਿਹੜੇ ਉਹ ਪਾਵਨ ਸਰੂਪ ਸਨ, ਜਿਸ ਦਾ ਤਕਰੀਬਨ 4 ਹੀ ਉਤਾਰੇ ਨੇ ਆਪਣੇ ਕੋਲ ਸਾਰੇ, ਤੇ ਇੱਕ ਉਹਨਾਂ ਦੇ ਵਿੱਚੋਂ ਪਾਵਨ ਸਰੂਪ ਕਲਿਆਣ ਇਸ ਨਗਰ ਦੇ ਵਿੱਚ ਸੀ। 20 ਤਰੀਕ ਤੋਂ ਜਦੋਂ ਇੱਥੇ ਸਿੰਘ ਦਰਸ਼ਨ ਕਰਨ ਵਾਸਤੇ ਆਏ, ਪਤਾ ਲੱਗਿਆ ਕਿ ਇੱਥੇ ਹੱਥ ਲਿਖਤ ਪਾਵਨ ਸਰੂਪ ਨੇ। ਤਾਂ ਜਦੋਂ ਦਰਸ਼ਨ ਕਰਨ ਲੱਗੇ, ਜਿਸ ਉਹ ਛੋਟੀ ਜਿਹੀ ਇੱਕ ਡੱਬੀ ਦੁਮਾਨ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਦੀ ਬਿਰਾਜਮਾਨ ਸਨ, ਛੋਟੀ ਪਾਲਕੀ ਸਾਹਿਬ ਬਣਾ ਕੇ ਬਿਰਾਜਮਾਨ ਕਰਾਏ ਹੋਏ ਸਨ। ਜਦੋਂ ਦਰਸ਼ਨ ਕਰਨ ਲੱਗੇ ਉੱਥੇ ਡੱਬੀ ਮੌਜੂਦ ਸੀ, ਕਵਰ ਮੌਜੂਦ ਸੀ, ਪਰ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਸਰੂਪ ਨਹੀਂ ਸਨ। ਤਾਂ ਜਦੋਂ ਇੱਥੋਂ ਦੇ ਗ੍ਰੰਥੀ ਸਿੰਘਾਂ ਨੂੰ ਪੁੱਛਿਆ ਗਿਆ ਤਾਂ ਉਹ ਕਹਿਣ ਲੱਗੇ ਸਾਨੂੰ ਇਸ ਗੱਲ ਦਾ ਨਹੀਂ ਪਤਾ। ਉਹਨਾਂ ਨੇ ਵੀ ਦੇਖਿਆ ਪਾਵਨ ਸਰੂਪ ਨਹੀਂ ਮਿਲੇ ਔਰ 2-3 ਦਿਨ ਤੱਕ ਜਿਹੜੇ ਪ੍ਰਬੰਧਕ ਜਨ ਹਨ ਜਾਂ ਗ੍ਰੰਥੀ ਸਿੰਘਾਂ ਨੂੰ ਉਹ ਆਪਸ ਦੇ ਵਿੱਚ ਹੀ ਇੱਥੇ ਦੇਖਭਾਲ ਕਰਦੇ ਰਹੇ। ਇਹ ਗੱਲ ਜਿਹੜੀ ਹੈ ਨਾ ਮੀਡੀਆ ਵਿੱਚ ਆਈ ਨਾ ਪ੍ਰਸ਼ਾਸਨ ਤੱਕ ਪਹੁੰਚੀ। ਤੇ ਜਦੋਂ ਮੀਡੀਆ ਤੱਕ ਪਹੁੰਚੀ, ਮੀਡੀਆ ਦੇ ਵਿੱਚ ਆਉਣ ਦੇ ਨਾਲ ਫਿਰ ਪ੍ਰਸ਼ਾਸਨ ਤੱਕ ਵੀ ਇਹ ਸਾਰੀ ਪਹੁੰਚ ਹੋਈ। ਤੇ ਇਥੋਂ ਜਿਹੜੀ ਪੰਚਾਇਤ ਹੈ ਇਸ ਨਗਰ ਦੀ, ਇਥੋਂ ਦੇ ਸਾਡੇ ਗ੍ਰੰਥੀ ਸਿੰਘ ਨੇ ਭਾਈ ਗੁਰਮੀਤ ਸਿੰਘ ਜੀ ਜਿਹੜੇ ਧਵਲਾਨ ਸਥਾਨ ਤੇ ਡਿਊਟੀ ਨਿਭਾ ਰਹੇ ਨੇ, ਇਹਨਾਂ ਸਾਰਿਆਂ ਨੇ ਮਿਲ ਕੇ ਇਹਨਾਂ ਤੇ ਵੀ ਦਬਾਅ ਬਣਾਇਆ ਔਰ ਇਹਨਾਂ ਨੇ ਸਾਰਿਆਂ ਨੇ ਪੰਚਾਇਤ ਵੱਲੋਂ ਮਿਲ ਕੇ ਇੱਕ ਜਿਹੜੀ ਹੈ ਉਹ ਐਪਲੀਕੇਸ਼ਨ ਜਿਹੜੀ ਹੈ ਪੱਤਰਕਾ ਅਕਾਲ ਤਖਤ ਸਾਹਿਬ ਵਿਖੇ ਸਿੰਘ ਸਾਹਿਬ ਜੀ ਨੂੰ ਲਿਖੀ ਅਤੇ ਪ੍ਰਸ਼ਾਸਨ ਨੂੰ ਦਿੱਤੀ। ਔਰ ਗੁਰਮੀਤ ਸਿੰਘ ਦੇ ਦੱਸਣ ਦੇ ਮੁਤਾਬਕ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਉਸੇ ਵੇਲੇ ਤੁਰੰਤ ਐਕਸ਼ਨ ਲੈਂਦਿਆਂ ਹੋਇਆਂ ਇਹਨਾਂ ਨੂੰ ਜਵਾਬ ਦਿੱਤਾ ਗਿਆ ਕਿ ਅਸੀਂ 5 ਮੈਂਬਰੀ ਕਮੇਟੀ ਬਣਾ ਰਹੇ ਹਾਂ, 1-2 ਦਿਨ ਦੇ ਵਿੱਚ ਕਮੇਟੀ ਬਣ ਕੇ ਤੁਹਾਡੇ ਕੋਲ ਪਹੁੰਚ ਜਾਂਦੀ ਹੈ, ਇਹਦੀ ਜਿਹੜੀ ਕਾਰਵਾਈ ਬਰੀਕੀ ਤੇ ਕੀਤੀ ਜਾਵੇਗੀ। ਸੋ ਸਿੰਘ ਸਾਹਿਬ ਜੀ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ, ਸਾਡੇ ਪ੍ਰਧਾਨ ਸਾਹਿਬ ਭਾਈ ਗੋਬਿੰਦ ਸਿੰਘ ਜੀ ਲੌਂਗੋਵਾਲ, ਉਹਨਾਂ ਵੱਲੋਂ ਜੋ 5 ਮੈਂਬਰੀ ਕਮੇਟੀ ਬਣਾਈ ਗਈ, 10 ਦਾ ਨਾਮ ਹੈ ਮੈਨੇਜਰ ਸ਼੍ਰੀ ਗੁਰਦੁਆਰਾ ਦੁਖਨਿਵਾਰਨ ਸਾਹਿਬ ਅਤੇ ਇਸ ਦਾ ਕੁਲਦੀਪ ਸਿੰਘ ਜੀ ਨਸੂਪੁਰ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਬੇਅੰਤ ਸਿੰਘ ਪ੍ਰਚਾਰਕ ਅਤੇ ਲਖਵਿੰਦਰ ਸਿੰਘ ਪ੍ਰਚਾਰਕ, ਇਹ ਕਮੇਟੀ ਬਣਾਈ ਗਈ ਹੈ। ਉਹ ਕਮੇਟੀ ਅੱਜ ਇੱਥੇ ਨਗਰ ਵਿੱਚ ਪਹੁੰਚੀ ਅਤੇ ਨਗਰ ਵਿੱਚ ਇੱਥੇ ਪਹੁੰਚ ਕੇ ਪ੍ਰਬੰਧਕਾਂ ਕੋਲੋਂ ਅਸੀਂ ਜਿਹੜੀ ਹੈ ਪੁੱਛ ਪੜਤਾਲ ਕੀਤੀ ਹੈ। ਇੱਥੋਂ ਦੇ ਜਿਹੜੇ ਡਿਊਟੀ ਨਿਭਾ ਰਹੇ ਗ੍ਰੰਥੀ ਸਿੰਘ ਨੇ, ਸੇਵਾਦਾਰ ਨੇ, ਉਹਨਾਂ ਦੇ ਕੋਲੋਂ ਪੁੱਛ ਪੜਤਾਲ ਕੀਤੀ ਹੈ। ਪਰ ਸਾਹਮਣੇ ਆਇਆ ਹੈ ਕਿ ਇਹਨਾਂ ਨੂੰ ਪਤਾ ਹੀ ਨਹੀਂ ਕਿ ਉਹ ਸਰੂਪ ਕਦੋਂ ਤੋਂ ਗੁੰਮ ਨੇ। ਇਹ ਇਸ ਗੱਲ ਦਾ ਇਹਨਾਂ ਨੇ ਧਿਆਨ ਹੀ ਨਹੀਂ ਦਿੱਤਾ, ਨਾ ਦੇਖਿਆ। ਔਰ ਅਸੀਂ ਪ੍ਰਸ਼ਾਸਨ ਦੇ ਨਾਲ ਰਾਬਤਾ ਕਾਇਮ ਕੀਤਾ, ਪ੍ਰਸ਼ਾਸਨ ਵੀ ਪਹੁੰਚਿਆ ਇੱਥੇ। ਹੁਣ ਪ੍ਰਸ਼ਾਸਨ ਨੇ ਸਾਡੇ ਕੋਲੋਂ 3 ਦਿਨ ਦਾ ਸਮਾਂ ਮੰਗਿਆ। 5 ਤਰੀਕ ਦਾ ਜਿਹੜਾ ਦੁਬਾਰਾ ਸਮਾਂ ਜਿਹੜਾ ਹੈ ਉਹ ਰੱਖਿਆ ਗਿਆ, ਜਿਹਦੇ ਵਿੱਚ ਸਾਰੀਆਂ ਅੱਜ ਵੀ ਬਹੁਤ ਸਾਰੀਆਂ ਸੰਪਰਦਾਵਾਂ ਪਹੁੰਚੀਆਂ ਹੋਈਆਂ ਸਨ। ਉਹਨਾਂ ਸਾਰਿਆਂ ਨੇ ਕਿਹਾ ਕਿ ਅਸੀਂ 5 ਤਰੀਕ ਨੂੰ ਸਾਰੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇੱਥੇ ਪਹੁੰਚਾਂਗੇ। ਸੋ ਮੈਂ ਬੇਨਤੀ ਕਰਦਾ ਹਾਂ, ਪ੍ਰਸ਼ਾਸਨ ਨੂੰ ਵੀ ਇਹ ਬੇਨਤੀ ਕੀਤੀ ਹੈ, ਕਿਉਂਕਿ ਪਿੱਛੇ ਬਰਗਾੜੀ ਦੇ ਵਿੱਚ ਬਹੁਤ ਵੱਡਾ ਕਾਂਡ ਵਾਪਰ ਚੁੱਕਾ ਹੈ ਜਿਹੜਾ ਅਸੀਂ ਪਿੰਡੇ ਤੇ ਹੰਡਾਇਆ ਹੈ। ਦੁਬਾਰਾ ਐਸਾ ਅਜਿਹਾ ਮਾਹੌਲ ਨਾ ਬਣੇ। ਬੜੇ ਸੰਜੀਦਗੀ ਦੇ ਨਾਲ, ਬੜੇ ਧਿਆਨ ਦੇ ਨਾਲ ਪ੍ਰਸ਼ਾਸਨ ਨੂੰ ਵੀ ਕਿਹਾ ਕਿ ਆਪਣੀ ਡਿਊਟੀ ਨੂੰ ਤੁਸੀਂ ਨਿਭਾ ਕਰਕੇ ਇਹਦੀ ਪੜਤਾਲ ਕਰੋ ਤਾਂ ਕਿ ਐਸੇ ਹਾਲਾਤ ਨਾ ਬਣਨ। ਸੋ ਉਹਦੀ ਜਿਹੜੀ ਹੈ ਪੜਤਾਲ ਚੱਲ ਰਹੀ ਹੈ ਅਤੇ 5 ਤਰੀਕ ਨੂੰ ਦੁਬਾਰਾ ਜਿਹੜਾ ਉਹ ਸਮਾਂ ਰੱਖਿਆ ਗਿਆ ਹੈ। ਦੇਖਭਾਲ ਕੀਤੀ ਜਾਂਦੀ ਹੈ, ਇੰਨੇ ਸਮੇਂ ਦੇ ਵਿੱਚ ਸੀਸੀਟੀਵੀ ਕੈਮਰੇ ਤੋਂ ਪਤਾ ਨਹੀਂ ਕਿਸੇ ਨੇ ਵੀ ਚੈੱਕ ਕਰਨਾ ਨਹੀਂ। ਉਹ ਇਹਨਾਂ ਨੇ ਪ੍ਰਬੰਧਕਾਂ ਨੇ ਨਹੀਂ ਕੀਤੀ। ਉਹ ਜਦੋਂ 27 ਜਾਂ 28 ਤਰੀਕ ਨੂੰ ਪ੍ਰਸ਼ਾਸਨ ਆਉਂਦਾ ਹੈ ਤਾਂ ਉਹ ਇਹਨਾਂ ਦੇ ਕੈਮਰੇ ਲੈ ਕੇ ਜਾਂਦੇ ਨੇ, ਫੁਟੇਜ ਲੈ ਕੇ ਜਾਂਦੇ ਨੇ, ਪਰ ਇਹਨਾਂ ਵੱਲੋਂ ਇਸ ਗੱਲ ਵੱਲ ਧਿਆਨ ਹੀ ਨਹੀਂ ਦਿੱਤਾ ਗਿਆ। ਆਪਣੇ ਤੌਰ ਤੇ ਇੱਧਰ ਉੱਧਰ ਦੇਖ, ਕਿਉਂਕਿ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸਿੱਖ ਕੌਮ ਜਿਹਦੇ ਅੱਗੇ ਝੁਕਦੀ ਹੈ, ਸਾਡੇ ਗੁਰੂ ਨੇ,
ਅਤੇ ਅਜਿਹੇ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਸਰੂਪ ਇੱਥੋਂ ਚੋਰੀ ਹੋ ਜਾਣੇ ਸਾਡੇ ਲਈ ਬੜੀ ਨਮੋਸ਼ੀ ਦੀ ਗੱਲ ਹੈ। ਸਾਡੇ ਲਈ ਮਤਲਬ ਕਿ ਸਾਨੂੰ ਇਸ ਗੱਲ ਨੂੰ ਬੜੇ ਸੰਜੀਦਗੀ ਨਾਲ ਲੈ ਕੇ ਬੜੇ ਜਿਹੜਾ ਸੀ ਇਹਦੇ ਲਈ ਯਤਨਸ਼ੀਲ ਹੋਣਾ ਚਾਹੀਦਾ ਸੀ। ਉਸੇ ਵੇਲੇ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਉਣਾ ਚਾਹੀਦਾ ਸੀ। ਸ਼੍ਰੀ ਅਕਾਲ ਤਖਤ ਸਾਹਿਬ ਨਾਲ ਆਪਣਾ ਰਾਬਤਾ ਕਾਇਮ ਕਰਨਾ ਚਾਹੀਦਾ ਸੀ। ਗੁਰਦੁਆਰਾ ਸ਼੍ਰੀ ਦੁਖਨਿਵਾਰਨ ਸਾਹਿਬ ਇੱਥੇ ਪ੍ਰਬੰਧ ਹਨ, ਸਾਡੇ ਤੱਕ ਵੀ ਕਿਸੇ ਨੇ ਕੋਈ ਪਹੁੰਚ ਨਹੀਂ ਕੀਤੀ। ਸਾਡੇ ਭਾਈ ਗੁਰਮੀਤ ਸਿੰਘ ਜੀ ਵੱਲੋਂ ਜੀ ਦੱਸਿਆ ਗਿਆ, ਕਿਉਂਕਿ ਜੇ ਹੋ ਸਕਦਾ ਕਿ ਸਮੇਂ ਦੇ ਨਾਲ ਉਦੋਂ ਹੀ ਇਹ ਕਾਰਵਾਈ ਹੁੰਦੀ ਤੇ ਅੱਜ ਤੱਕ ਕਿਸੇ ਨਾ ਕਿਸੇ ਨਤੀਜੇ ਤੇ ਪਹੁੰਚ ਜਾਂਦੇ। ਬਿਲਕੁਲ ਮੈਂ ਇਹ ਕਹਾਂਗਾ ਕਿ ਇੱਥੇ ਇਹਨਾਂ ਦੀ ਕਮੀ ਰਹੀ ਹੈ। ਇਹਨਾਂ ਨੇ ਇਹ ਚੀਜ਼ ਨੂੰ ਬਿਲਕੁਲ ਜਿਹੜਾ ਨਾਰਮਲ ਲਿਆ ਹੈ, ਉਹਨੂੰ ਸੰਜੀਦਗੀ ਨਾਲ ਨਹੀਂ ਲਿਆ। ਇਹਨਾਂ ਨੇ ਇਹ ਨਹੀਂ ਸੋਚਿਆ ਕਿ ਬਰਗਾੜੀ ਵਰਗੇ ਹਾਲਾਤ ਨਾ ਬਣਨ, ਇਹਨੂੰ ਤੁਰੰਤ ਜਿਹੜਾ ਉੱਤੇ ਕਾਰਵਾਈ ਕੀਤੀ ਜਾਵੇ। ਬਿਲਕੁਲ ਬਿਲਕੁਲ ਮੈਂ ਉਹੀ ਗੱਲ ਕਹਿਣਾ ਹੁੰਦਾ ਕਿ ਜਦੋਂ ਸਾਡੇ ਨਾਲ ਉੱਥੇ ਵਾਪਰਿਆ ਉਦੋਂ ਸਾਨੂੰ ਇਹ ਗੱਲ ਦਾ ਉਮੀਦ ਨਹੀਂ ਸੀ ਕਿ ਸਾਡੇ ਨਾਲ ਅਜਿਹਾ ਵਾਪਰ ਸਕਦਾ, ਗੁਰੂ ਸਾਹਿਬ ਦੀ ਬੇਅਦਬੀ ਹੋ ਸਕਦੀ ਹੈ। ਪਰ ਉੱਥੇ ਹੋਣ ਨਾਲ ਤਾਂ ਸਾਨੂੰ ਬਹੁਤ ਸੁਚੇਤ ਹੋਣਾ ਚਾਹੀਦਾ। ਬਿਲਕੁਲ ਸਾਰੇ ਪੂਰੇ ਪ੍ਰਬੰਧ CCTV ਕੈਮਰੇ ਲੱਗੇ ਹੋਏ ਨੇ, ਚਾਹੇ ਜਿਹੜਾ ਪਹਿਰੇਦਾਰ ਦੀ ਡਿਊਟੀ ਲਗਾਈ ਜਾਵੇ ਤੇ ਉਹ ਸਾਰਾ ਜਿਹੜਾ ਹੈ ਬੜੇ ਧਿਆਨ ਵਿੱਚ ਰੱਖਣਾ ਚਾਹੀਦਾ। ਉਹ ਕਿਤੇ ਨਾ ਕਿਤੇ ਕਮੀਆਂ ਰਹੀਆਂ ਨੇ। ਇਹ ਬੜੀ ਜਿਹੜੀ ਹੈ ਘਟਨਾ ਹੈ ਜੀ, ਬੜੀ ਦੁਖਦਾਈ ਘਟਨਾ ਹੈ ਜਿੱਥੇ ਸਿੱਖ ਸੰਗਤਾਂ ਦੇ ਵਿੱਚ ਹੈ, ਬਾਕੀ ਲੋਕਾਂ ਦੇ ਵਿੱਚ ਵੀ ਇਸ ਚੀਜ਼ ਦਾ ਜਿਹੜਾ ਦੁੱਖ ਹੋਏਗਾ ਕਿ ਜਿਹੜੇ ਲੋਕ ਇਸ ਤਰ੍ਹਾਂ ਅਣਗਹਿਲੀ ਕਰ ਰਹੇ ਉਹਨਾਂ ਤੇ ਕਾਰਵਾਈ ਕੀਤੀ ਜਾਊਗੀ। ਬਿਲਕੁਲ ਪ੍ਰਸ਼ਾਸਨ ਨੂੰ ਅਸੀਂ ਕਿਹਾ ਕਿ ਜਿਹੜੇ ਚਾਹੇ ਕੋਈ ਪ੍ਰਬੰਧਕਾਂ ਚੋਂ ਨੇ, ਚਾਹੇ ਡਿਊਟੀ ਨਿਭਾਉਣ ਵਾਲੇ ਨੇ, ਉਹਨਾਂ ਨੂੰ ਜਿਹੜੀ ਹੈ ਪੂਰੀ ਸਖਤੀ ਦੇ ਨਾਲ ਉਹਨਾਂ ਦੇ ਪੁੱਛ ਪੜਤਾਲ ਕੀਤੀ ਜਾਵੇ। ਸਾਰੀ 28 ਤਰੀਕ ਦੀ ਰਾਤ ਨੂੰ DVR ਪੁਲਿਸ ਵੱਲੋਂ ਲਿਜਾਇਆ ਜਾਂਦਾ ਹੈ ਕਿ ਅੱਜ 2 ਦਿਨ ਅਸੀਂ ਇਹ ਵੀ ਪ੍ਰਸ਼ਾਸਨ ਨੂੰ ਹੁਣ ਪੁੱਛਿਆ ਕਿ ਕਿੰਨੇ ਦਿਨ ਹੋਣ ਦੇ ਬਾਵਜੂਦ ਤੁਹਾਡੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ, ਤਾਂ ਉਹ ਕਹਿ ਰਹੇ ਕਿ ਅਸੀਂ ਉਹ ਸਾਰੀ ਜਿਹੜੀ ਫੁਟੇਜ ਦੇਖ ਰਹੇ ਹਾਂ। ਫੁਟੇਜ ਦੇਖਣ ਨੂੰ ਇੰਨਾ ਸਮਾਂ ਨਹੀਂ ਲੱਗਣਾ ਚਾਹੀਦਾ, ਕਿਉਂਕਿ ਜਿਹੜਾ ਇਹ ਕੋਈ ਛੋਟਾ ਮਾਮਲਾ ਨਹੀਂ, ਮਸਲਾ ਛੋਟਾ ਨਹੀਂ ਹੈ, ਬਹੁਤ ਵੱਡਾ ਮਸਲਾ ਹੈ। ਤੇ ਇਸ ਕਰਕੇ ਜਿਹੜਾ ਸੀ ਪ੍ਰਸ਼ਾਸਨ ਨੂੰ ਬਹੁਤ ਤੇਜ਼ੀ ਦੇ ਨਾਲ ਇਹਦੇ ਉੱਤੇ ਕਾਰਵਾਈ ਕਰਨੀ ਚਾਹੀਦੀ ਸੀ। ਉਹਨਾਂ ਨੇ ਵੀ ਕਿਤੇ ਨਾ ਕਿਤੇ ਮੈਂ ਕਹਿ ਸਕਦਾ ਕਿ 2-3 ਦਿਨ ਦਾ ਸਮਾਂ, 4 ਦਿਨ ਦਾ ਪਾ ਕੇ ਜਿਹੜਾ ਜਿਸ ਤਰ੍ਹਾਂ ਹੁਣ ਅੱਜ ਸੰਪਰਦਾਵਾਂ ਕਿੰਨੀਆਂ ਪਹੁੰਚਣੀਆਂ ਸੀ, ਹੋਰ ਵੀ ਸਿੱਖ ਸੰਗਤਾਂ ਦੇ ਬੜੇ ਫੋਨ ਉਹਨਾਂ ਨੂੰ ਆ ਰਹੇ ਸੀਗੇ, ਪਰ ਉਹ ਰੋਕ ਰਹੇ ਸੀ। ਕਿਤੇ ਅਜਿਹਾ ਕੋਈ ਘਟਨਾ ਵਾਪਰ ਜਾਵੇ ਤੇ ਫਿਰ ਉਹਦੇ ਲਈ ਪ੍ਰਸ਼ਾਸਨ ਜ਼ਿੰਮੇਵਾਰ ਹੈ। ਇਸ ਕਰਕੇ ਸਾਨੂੰ ਸਾਰਿਆਂ ਨੂੰ ਜਿਹੜਾ ਹੈ ਜਿੱਥੇ ਜਿੱਥੇ ਬਣਦੀ ਡਿਊਟੀ ਉਹਨੂੰ ਨਿਭਾਉਣਾ ਚਾਹੀਦਾ। ਪੈਸਾ ਇੱਕ ਸਵਾਲ ਹੋਰ ਆਉਂਦਾ ਜਿਸ ਤਰ੍ਹਾਂ ਕਿ ਬਹੁਤ ਹੀ ਅਨਮੋਲ, ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਸਿਰਫ 4 ਹੀ ਸਰੂਪ ਸਾਡੇ ਕੋਲ ਨੇ, ਇਹ ਕਿਸੇ ਨੇ ਲਾਲਚ ਦੇ ਵਿੱਚ ਇਸ ਤਰ੍ਹਾਂ ਕੀਤਾ ਜਾਂ ਫਿਰ ਕੋਈ ਸ਼ਰਾਰਤੀ ਅਨਸਰ ਦਾ ਇਸ ਦੇ ਪਿੱਛੇ ਹੱਥ ਹੈ, ਕੋਈ ਮਤਲਬ ਭਾਈਚਾਰੇ ਦੇ ਵਿੱਚ ਕੋਈ ਖਿਲਾਫਤ ਕਰਨ ਦੀ ਕਿਰਪਾ ਕੀਤੀ ਜਾ ਰਹੀ ਕਿਸੇ ਤਰ੍ਹਾਂ ਦੀ? ਦੋਨੋਂ ਪਹਿਲੂਆਂ ਤੋਂ ਅਸੀਂ ਵਿਚਾਰ ਰਹੇ ਹਾਂ। ਦੋਨੋਂ ਪਹਿਲੂਆਂ ਤੇ ਅਸੀਂ ਗੱਲ ਕੀਤੀ ਹੈ ਕਿ ਜਾਂ ਤਾਂ ਉਸ ਦੁਰਲੱਭ ਖਜ਼ਾਨਾ ਸੀਗਾ, ਕਿਸੇ ਨੇ ਲਾਲਚ ਵਿੱਚ ਆ ਕੇ ਹੋ ਸਕਦਾ, ਕਿਉਂਕਿ ਉਹ ਬਿਲਕੁਲ ਛੋਟੇ ਆਕਾਰ ਦੇ ਸਨ, ਛੋਟੀ ਡੱਬੀ ਦੇ ਵਿੱਚ, ਕਿਉਂਕਿ ਉਹ ਦਸਤਾਰ ਵਿੱਚ ਰੱਖੇ ਜਾਂਦੇ ਸਫਰੀ ਸਰੂਪ ਸਨ। ਹੋ ਸਕਦਾ ਉਹ ਕੋਈ ਜੇਬ ਵਿੱਚ ਪਾ ਕੇ ਲੈ ਗਿਆ ਹੋਵੇ ਲਾਲਚ ਵਸ ਹੋ ਕੇ, ਜਾਂ ਹੋ ਸਕਦਾ ਕਿ ਪ੍ਰਬੰਧਕ ਜਨਾਂ ਤੇ ਜਾਂ ਆਪਸੀ ਜਿਹੜੇ ਇੱਥੋਂ ਦੇ ਡਿਊਟੀ ਨਿਭਾਉਣ ਵਾਲੇ ਸੇਵਾਦਾਰ ਨੇ ਉਹਨਾਂ ਦੇ ਉੱਤੇ ਕਿਸ ਤਰ੍ਹਾਂ ਆਪਸੀ ਕੋਈ ਆਪਸ ਵਿੱਚ ਇੱਕ ਦੂਜੇ ਦੀ ਰੰਜਿਸ਼ ਹੋਵੇ ਤਾਂ ਕਿਸੇ ਨੇ ਸ਼ਰਾਰਤ ਕੀਤੀ ਹੋਵੇ। ਅਸੀਂ ਦੋਨੇ ਪਹਿਲੂਆਂ ਤੇ ਚੱਲ ਕੇ ਜਿਹੜੀ ਗੱਲਬਾਤ ਕਰ ਰਹੇ ਹਾਂ ਉਹਨਾਂ ਨਾਲ। ਜੇ 5 ਤੱਕ ਕੋਈ ਸਿੱਟਾ ਨਹੀਂ ਨਿਕਲਦਾ ਫਿਰ ਤੁਹਾਡੇ ਵੱਲੋਂ ਕੀ ਕਾਰਵਾਈ? ਫਿਰ ਉਹ ਸਖਤ ਐਕਸ਼ਨ ਲਿਆ ਜਾਵੇਗਾ। ਸਿੰਘ ਸਾਹਿਬ ਜੀ ਨਾਲ ਕਰਕੇ ਵਿਚਾਰਾ ਜਿਹੜੀ ਸਾਰੇ ਅਸੀਂ ਕੁਝ ਬਿਆਨ ਲਏ ਨੇ ਉਹ ਸਾਰੀ ਸਿੰਘ ਸਾਹਿਬ ਜੀ ਨਾਲ ਜਿਹੜੀ ਰਿਪੋਰਟ ਦੇਵਾਂਗੇ ਤੇ ਅਗਲੇ ਜਿਹੜੀ ਹੈ ਉਹ ਸਿੰਘ ਸਾਹਿਬ ਦੇ ਨਾਲ ਵਿਚਾਰ ਕਰਕੇ ਜਿਹੜੀ 5 ਤਰੀਕ ਦੀ ਹੈ ਉਹ ਕਾਰਵਾਈ ਉਸੇ ਮੁਤਾਬਕ ਹੋਵੇਗੀ। ਬਹੁਤ ਬਹੁਤ ਬਾਬਾ ਜੀ, ਕੀ ਨਾਮ ਹੈ ਆਪਣਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਅਮਰਜੀਤ ਸਿੰਘ, ਵਿਦਿਆਰਥੀ ਦਮਦਮੀ ਟਕਸਾਲ, ਅਤੇ ਭਾਈ ਬਚਿੱਤਰ ਸਿੰਘ ਜੀ ਸਤਕਾਰ ਕਮੇਟੀ ਗੁਰੂ ਸਾਹਿਬ ਦੇ ਪ੍ਰਧਾਨ, ਹੋਰ ਵੀ ਜਥੇਬੰਦੀਆਂ ਸਾਰੇ, ਸਤਿਕਾਰਯੋਗ ਭਾਈ ਬਰਮਾ ਸਿੰਘ ਜੀ ਦੇ ਨਾਲ ਭਾਈ ਜਗਤਾਰ ਸਿੰਘ ਜੀ, ਭਾਈ ਗੁਰਪ੍ਰੀਤ ਸਿੰਘ ਜੀ, ਅਨੇਕਾਂ ਹੀ ਜਥੇਬੰਦੀਆਂ ਇੱਥੇ ਪਹੁੰਚੀਆਂ ਨੇ। ਭਾਈ ਨਾਜਰ ਸਿੰਘ ਆਦਿਕ, ਗੁਰਦੁਆਰਾ ਅਰਦਾਸਪੁਰਾ ਸਾਹਿਬ ਕਲਿਆਣ ਪਿੰਡ ਦੇ ਵਿੱਚ, ਜੋ ਕਿ ਕਈ ਦਿਨਾਂ ਤੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋ ਗਿਆ ਇੱਥੇ ਸੱਚਖੰਡ ਦੇ ਵਿੱਚੋਂ। ਉਹ ਬੀੜ ਛੋਟੀ ਹੈ ਆਕਾਰ ਦੀ, ਜਿਹੜੀ ਲੈਂਸ ਲਾ ਕਰਕੇ ਪੜ੍ਹੀ ਜਾਂਦੀ ਹੈ, ਪਰ ਅਜੇ ਤੱਕ ਪ੍ਰਬੰਧਕਾਂ ਨੇ ਜਾਂ ਗ੍ਰੰਥੀ ਨੂੰ ਕੋਈ ਉਹਦੇ ਬਾਰੇ ਜਾਣਕਾਰੀ ਨਹੀਂ ਵੀ ਕਦੋਂ ਚੋਰੀ ਹੋਈ ਹੈ। ਇਹਨਾਂ ਨੇ ਪ੍ਰਸ਼ਾਸਨ ਨੂੰ ਵੀ ਸ਼ਿਕਾਇਤ ਕੀਤੀ ਹੈ, ਹੁਣ ਹਰਕਤ ਦੇ ਵਿੱਚ ਆਏ, ਅਕਾਲ ਤਖਤ ਸਾਹਿਬ ਤੇ ਵੀ, ਪਰ ਅਜੇ ਤੱਕ ਕੋਈ ਵੀ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਹੋਈ। IG ਸਾਹਿਬ ਨਾਲ ਮੇਰੀ ਹੁਣੀ ਗੱਲ ਹੋਈ ਤੇ SSP ਨਾਲ, ਇੱਥੇ ਪ੍ਰਸ਼ਾਸਨ ਹੋਰ ਵੀ ਆਇਆ, ਉਹਨਾਂ ਨੇ ਸਾਡੇ ਕੋਲੋਂ 4 ਤਰੀਕ ਤੱਕ ਦਾ ਸਮਾਂ ਮੰਗਿਆ। ਉਸ ਤੋਂ ਬਾਅਦ ਦੇ ਵਿੱਚ ਸਾਰੇ ਹੀ ਜਥੇਬੰਦੀਆਂ ਦੇ ਨਾਲ ਸੰਪਰਕ ਕਰਕੇ ਜਿਵੇਂ ਵੀ ਸਾਰੇ ਜਥੇਬੰਦੀਆਂ ਦਾ ਹੁਕਮ ਹੋਵੇਗਾ ਇੱਥੇ ਇੱਕ ਪ੍ਰੋਗਰਾਮ ਉਲੀਕਿਆ ਜਾਊਗਾ। ਇੰਨੀ ਹੀ ਬੇਨਤੀ ਪ੍ਰਵਾਨ ਕਰਿਓ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਇਸੇ ਤਰ੍ਹਾਂ ਹੀ ਸ਼ਾਂਤ ਮਾਹੌਲ ਬਣਿਆ ਰਹੇ ਇੱਥੇ, ਤੇ ਸਤਿਗੁਰੂ ਸਾਹਿਬ ਜੀ ਦੇ ਸਰੂਪ ਨੇ ਜਿਹੜੇ ਗਵਾਚੇ ਨੇ, ਇੱਥੇ ਚੋਰੀ ਕੀਤੇ ਨੇ, ਤੇ ਉਹ ਲੱਭ ਜਾਣ। ਇਹ ਸਾਡੇ ਜੇਕਰ 4 ਤਰੀਕ ਨੂੰ ਜਾਂ 5 ਤਰੀਕ ਨੂੰ ਕੋਈ ਹੱਲ ਨਹੀਂ ਨਿਕਲਦਾ ਜਾਂ ਕਿਸੇ ਸਿੱਟੇ ਤੇ ਨਹੀਂ ਪਹੁੰਚਦੇ ਤੇ ਫਿਰ ਅੱਗੇ ਦੀ ਰਣਨੀਤੀ ਕੀ ਰਹੂਗੀ? ਉਹ ਤੋਂ ਅੱਗੇ ਜਿਵੇਂ ਵੀ ਜਥੇਬੰਦੀਆਂ ਦਾ ਹੁਕਮ ਹੋਵੇਗਾ ਸਾਰੇ ਜਥੇਬੰਦੀਆਂ ਮਿਲ ਕਰਕੇ ਇੱਥੇ ਸੰਘਰਸ਼ ਕਰਨਗੇ। ਅਸੀਂ ਤਾਂ ਇਹ ਬੇਨਤੀ ਕਰਾਂਗੇ ਪ੍ਰਸ਼ਾਸਨ ਨੂੰ ਵੀ ਤੇ ਪ੍ਰਬੰਧਕਾਂ ਨੂੰ ਵੀ ਕਿ ਇੱਥੇ ਬਰਗਾੜੀ ਨਾ ਬਣਾਇਆ ਜਾਵੇ। ਵੱਧ ਤੋਂ ਵੱਧ ਕੋਸ਼ਿਸ਼ ਕਰੇ, ਜਿਹਨੂੰ ਵੀ ਕਿਸੇ ਤਰ੍ਹਾਂ ਦਾ ਕੋਈ ਗਿਆਨ ਹੈ, ਕਿਸੇ ਬਾਰੇ ਕੋਈ ਜਾਣਕਾਰੀ ਹੈ,
ਉਹ ਆ ਕਰਕੇ ਇੱਥੇ ਦੱਸਣ ਦੀ ਕਿਰਪਾਲਤਾ ਕਰੇ। ਇਹ ਬਹੁਤ ਹੀ ਵੈਸਲਾਪਣ ਤੇ ਯਾਨੀ ਕਿ ਅਣਗਹਿਲੀ ਹੈ। 20 ਤਰੀਕ ਨੂੰ ਵੀ ਪੱਕਾ ਨਹੀਂ ਹੈਗਾ ਕਿ 20 ਤਰੀਕ ਨੂੰ ਚੋਰੀ ਹੋਏ ਨੇ, ਸ਼ਾਇਦ ਉਹ ਤੋਂ ਪਹਿਲਾਂ ਵੀ ਹੋ ਸਕਦੇ ਨੇ ਇੱਥੇ, ਕਿਉਂ ਇਹਨਾਂ ਨੂੰ ਜਾਣਕਾਰੀ ਨਹੀਂ ਹੈਗੀ। ਇਹ ਮਹਾਂਪੁਰਖ ਬਾਬਾ ਕਿਰਪਾਲ ਸਿੰਘ ਜੀ ਦੀ ਯਾਦ ਦੇ ਵਿੱਚ ਬਹੁਤ ਬੜਾ ਸੋਹਣਾ ਸਥਾਨ ਹੈ। ਸੰਗਤਾਂ ਦੇ ਇਲਾਕੇ ਦੀ ਬਹੁਤ ਵਧੀਆ ਭਾਵਨਾ ਇੱਥੇ ਜੁੜੀਆਂ ਨੇ, ਪਰ ਜਿਹੜੇ ਪ੍ਰਬੰਧਕ ਨੇ ਉਹ ਬਹੁਤ ਹੀ ਵੇਸਲੇ ਨੇ, ਜਿਸ ਕਰਕੇ ਉਹਨਾਂ ਨੂੰ ਕੋਈ ਕਿਸੇ ਬਾਰੇ ਜਾਣਕਾਰੀ ਨਹੀਂ, ਨਾ ਹੀ ਗ੍ਰੰਥੀਆਂ ਨੇ ਇਹ ਪਾਸੇ ਧਿਆਨ ਦਿੱਤਾ ਕਿ ਸਤਿਗੁਰੂ ਸਾਹਿਬ ਦਾ ਸਰੂਪ ਸੱਚਖੰਡ ਦੇ ਵਿੱਚ ਹੈ ਜਾਂ ਨਾ ਹੈ। ਇਸ ਤੋਂ ਪਹਿਲਾਂ ਜਵਾਹਰ ਸਿੰਘ ਗੁਰਦੁਆਰਾ ਤੋਂ ਜਿਹੜੇ ਇਸੇ ਤਰ੍ਹਾਂ ਹੀ ਗੁਰੂ ਸਾਹਿਬ ਦੇ ਸਰੂਪ ਜਿਹੜੇ ਹੈਗੇ ਨੇ ਗੁੰਮ ਹੁੰਦੇ ਨੇ, ਚੋਰੀ ਹੁੰਦੇ ਨੇ, ਹਾਂਜੀ ਉਦੋਂ ਪੂਰੇ ਪੰਜਾਬ 'ਚ CCTV ਕੈਮਰੇ ਲਗਾਉਣ ਨੂੰ ਕਹੇ ਜਾਂਦੇ ਨੇ, ਹਾਂਜੀ। ਇਹ ਵੀ ਲੱਗੇ ਹੋਣੇ ਸੁਭਾਵਿਕ ਹੈ। ਉਹ ਫੁਟੇਜ ਨਹੀਂ ਦੇਖੀ ਗਈ। ਉਹ ਪ੍ਰਸ਼ਾਸਨ ਅਜ ਕਾਰਵਾਈ ਕਰਦਾ ਪਿਆ, ਦੇਖਦਾ ਪਿਆ। ਹਾਂਜੀ ਠੀਕ ਹੈ ਜੀ। ਦਾਸ ਭਾਈ ਬਚਿੱਤਰ ਸਿੰਘ ਮੁੱਖ ਸੇਵਾਦਾਰ ਗੁਰਮਤਿ ਪ੍ਰਚਾਰਕ ਗ੍ਰੰਥੀ ਰਾਗੀ ਸਭਾ ਸੰਗਰੂਰ, ਜ਼ਿਲ੍ਹਾ ਜਥੇਦਾਰ ਸਿੱਖ ਸਦਭਾਵਨਾ ਦਲ ਸੰਗਰੂਰ ਅਤੇ ਨਾਲ ਪਹੁੰਚੇ ਹੋਏ ਦਮਦਮੀ ਟਕਸਾਲ ਤੋਂ ਭਾਈ ਸਾਹਿਬ ਭਾਈ ਅਮਰਜੀਤ ਸਿੰਘ ਜੀ ਕਣਕਵਾਲ ਭੰਗੂਆਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਤੋਂ ਹੋਰ ਬਹੁਤ ਸਾਰੀਆਂ ਜਥੇਬੰਦੀਆਂ ਪਿੰਡ ਕਲਿਆਣ ਜ਼ਿਲ੍ਹਾ ਪਟਿਆਲੇ ਦੇ ਵਿੱਚ ਅਸੀਂ ਗੁਰਦੁਆਰਾ ਸਾਹਿਬ ਪਹੁੰਚੇ ਹਾਂ, ਜੋ ਕਿ ਸ਼੍ਰੀਮਾਨ ਸੰਤ ਬਾਬਾ ਕਿਰਪਾਲ ਸਿੰਘ ਜੀ ਮਹਾਂਪੁਰਖਾਂ ਦੀ ਯਾਦਗਾਰ ਹੈ, ਜਿੱਥੇ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਛੋਟੇ ਆਕਾਰ ਦੇ ਪੁਰਾਤਨ ਸਰੂਪ ਪਤਾ ਨਹੀਂ ਕਿੰਨੇ ਸਮੇਂ ਤੋਂ ਗੁੰਮ ਹੋਏ ਨੇ। ਸਿਰਫ 20 ਤਰੀਕ ਤੋਂ ਜਦੋਂ ਇੱਥੇ ਉਹਨਾਂ ਨੇ ਸਾਫ਼ ਸਫਾਈ ਸ਼ੁਰੂ ਕੀਤੀ ਤਾਂ ਉਦੋਂ ਪਤਾ ਲੱਗਿਆ। ਉਸ ਤੋਂ ਬਾਅਦ ਨਗਰ ਦੀ ਪ੍ਰਬੰਧਕ ਕਮੇਟੀ ਦੀ ਤੇ ਇੱਥੋਂ ਦੇ ਜੋ ਗ੍ਰੰਥੀ ਰਾਗੀ ਸਿੰਘ ਨੇ ਉਹਨਾਂ ਦੀ ਇੰਨੀ ਵੱਡੀ ਅਣਗਹਿਲੀ ਹੈ ਕਿ ਹੁਣ ਤੱਕ ਉਹਨਾਂ ਨੇ ਕੋਈ ਅਪਰੋਚ ਨਹੀਂ ਕੀਤੀ ਕਿ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੇ ਸਰੂਪ ਲੱਭੇ ਗੁੰਮ ਹੋਏ ਨੇ ਵੀ ਉਹ ਲੱਭੇ ਜਾਣ, ਕਿਉਂਕਿ ਇਹਨੂੰ ਅਸੀਂ ਬਹੁਤ ਵੱਡੀ ਅਣਗਹਿਲੀ ਇਸ ਕਰਕੇ ਕਹਿ ਸਕਦੇ ਹਾਂ, ਜਿਵੇਂ ਕਿ ਪਿੱਛੇ ਜੇ ਬੁਰਜ ਜਵਾਹਰ ਸਿੰਘ ਵਾਲਾ ਦੇ ਵਿੱਚੋਂ ਪਾਵਨ ਸਰੂਪ ਚੋਰੀ ਹੋਏ, ਉਸ ਤੋਂ ਬਾਅਦ ਚੈਲੰਜ ਕੀਤਾ ਗਿਆ ਸਿੱਖ ਕੌਮ ਨੂੰ, ਪਰਚੇ ਲਾਏ ਗਏ, ਫਿਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਸਰੂਪ ਗਲੀਆਂ ਦੇ ਵਿੱਚ ਖਿਲਾਰੇ ਗਏ, ਫਿਰ ਕਿੱਡਾ ਵੱਡਾ ਦੁਖਾਂਤ ਵਾਪਰਿਆ, 2 ਸਿੰਘ ਸ਼ਹੀਦ ਹੋਏ, ਅਨੇਕਾਂ ਸੈਂਕੜੇ ਸਿੰਘ ਜਿਹੜੇ ਸੀ ਉਹ ਜ਼ਖਮੀ ਹੋਏ, ਕਿੱਡਾ ਵੱਡਾ ਜਿਹੜਾ ਖਮਿਆਜਾ ਸੀ ਉਹ ਸਿੱਖ ਸੰਗਤ ਨੂੰ ਭੁਗਤਣਾ ਪਿਆ, ਕਿਵੇਂ ਪੂਰੇ ਪੰਜਾਬ ਦੇ ਵਿੱਚ ਧਰਨੇ ਲੱਗੇ, ਕਿੰਨਾ ਸਮਾਂ ਸੰਗਤਾਂ ਦਾ ਬਰਬਾਦ ਹੋਇਆ। ਫਿਰ ਪ੍ਰਸ਼ਾਸਨ ਵੱਲੋਂ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਜਿਹੜੇ CCTV ਕੈਮਰੇ ਸੀ ਉਹ ਲਾਉਣ ਦੇ ਹੁਕਮ ਹੋਏ ਤੇ ਨਾਲ ਹੀ ਜਿਹੜੇ ਪਹਿਰੇ ਸੀ ਉਹ ਸਖਤੀ ਦੇ ਨਾਲ ਲਾਉਣ ਦੇ ਆਦੇਸ਼ ਦਿੱਤੇ ਗਏ। ਪਰ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਕਲਿਆਣ ਪਟਿਆਲਾ ਜੋ ਅਸੀਂ ਜਿੱਥੇ ਖੜੇ ਆ, ਇੱਥੇ ਪ੍ਰਬੰਧਕਾਂ ਵੱਲੋਂ ਕੋਈ ਪਹਿਰੇਦਾਰ ਨਹੀਂ। ਜਿਹੜੇ ਗ੍ਰੰਥੀ ਸਿੰਘ ਨੇ ਉਹ ਸਿਰਫ ਆਪਣੀ ਡਿਊਟੀ ਕਰਦੇ ਨੇ, ਕਿਉਂਕਿ ਉਹਨਾਂ ਦਾ ਹੁੰਦਾ ਉਹਨਾਂ ਨੇ ਪਾਠ ਕਰਨਾ ਹੈ, ਰੌਲਾ ਲਾਉਣੀਆਂ ਨੇ, ਨਿਤਨੇਮ ਕਰਨਾ, ਉਸ ਤੋਂ ਬਾਅਦ ਉਹਨਾਂ ਨੇ ਆਰਾਮ ਕਰਨਾ ਹੁੰਦਾ। ਜਿਹੜਾ ਹੁੰਦਾ ਪਹਿਰੇਦਾਰ ਸੇਵਾਦਾਰ ਉਹਨੇ ਦਿਨ ਵਾਲੇ ਪਹਿਰੇਦਾਰ ਨੇ ਦਿਨ ਦੀ ਨਿਗਰਾਨੀ ਕਰਨੀ ਹੁੰਦੀ ਹੈ, ਰਾਤ ਵਾਲੇ ਪਹਿਰੇਦਾਰ ਨੇ ਰਾਤ ਦੀ ਨਿਗਰਾਨੀ ਕਰਨੀ ਹੁੰਦੀ ਹੈ। ਇੱਥੋਂ ਤਾਂ ਹੱਦ ਹੋ ਗਈ ਜਦੋਂ ਪਤਾ ਲੱਗਿਆ ਵੀ ਸੱਚਖੰਡ ਸਾਹਿਬ ਦਾ ਜਿਹੜਾ ਜਿੰਦਾ ਹੈ ਉਹ ਖਰਾਬ ਹੋਏ ਨੂੰ ਪਤਾ ਨਹੀਂ ਕਿੰਨੇ ਮਹੀਨੇ ਹੋ ਗਏ, ਨਾ ਗ੍ਰੰਥੀ ਸਿੰਘਾਂ ਨੇ ਧਿਆਨ ਦਿੱਤਾ ਤੇ ਨਾ ਪ੍ਰਬੰਧਕਾਂ ਨੇ ਧਿਆਨ ਦਿੱਤਾ। ਸੋ ਇੰਨੀਆਂ ਵੱਡੀਆਂ ਜਦੋਂ ਅਣਗਹਿਲੀਆਂ ਕੀਤੀਆਂ ਜਾ ਰਹੀਆਂ ਨੇ, ਇਸ ਲਈ ਜਿਹੜਾ ਜ਼ਿੰਮੇਵਾਰ ਹੈ ਉਹ ਸਮੂਹ ਪ੍ਰਬੰਧਕ ਕਮੇਟੀ ਹੈ ਤੇ ਇੱਥੇ ਡਿਊਟੀ ਕਰਨ ਵਾਲੇ ਪਾਠੀ ਗ੍ਰੰਥੀ ਸਿੰਘ ਨੇ। ਅਸੀਂ ਪ੍ਰਸ਼ਾਸਨ ਨੂੰ ਇਹ ਬੇਨਤੀ ਕੀਤੀ ਹੈ ਕਿ ਜਲਦੀ ਤੋਂ ਜਲਦੀ ਸਖਤ ਤੋਂ ਸਖਤ ਕਾਰਵਾਈ ਕਰਕੇ ਦੋਸ਼ੀ ਸਾਹਮਣੇ ਲਿਆਂਦੇ ਜਾਣ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਪਾਵਨ ਸਰੂਪ ਲੱਭੇ ਜਾਣ। 4 ਤਰੀਕ ਤੱਕ ਦਾ ਸਮਾਂ ਦਿੱਤਾ ਹੈ। 5 ਤਰੀਕ ਤੋਂ ਜਿਹੜੀਆਂ ਸਿੱਖ ਸੰਗਤਾਂ ਨੇ, ਸਮੂਹ ਸਿੱਖ ਜਥੇਬੰਦੀਆਂ ਨੇ, ਉਹ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੀਆਂ। ਜੇਕਰ ਹੁਣ ਤੱਕ ਵੀ 5 ਤਰੀਕ ਤੱਕ ਵੀ ਪ੍ਰਸ਼ਾਸਨ ਜੇ ਢਿੱਲਾ ਰਿਹਾ ਤਾਂ। ਵਾਹਿਗੁਰੂ ਜੀ ਕੀ ਫਤਿਹ। ਸੋ ਜਿਸ ਤਰ੍ਹਾਂ ਕਿ ਤੁਹਾਨੂੰ ਦੇਖਿਆ ਪੂਰੀ ਘਟਨਾ ਤੇ ਇੱਥੇ ਸਿੱਖ ਜਥੇਬੰਦੀਆਂ ਜੋ ਇਕੱਠੀਆਂ ਹੋਈਆਂ ਉਹਨਾਂ ਨੇ ਰੋਸ ਜ਼ਾਹਿਰ ਕੀਤਾ, ਉੱਥੇ ਹੀ ਪ੍ਰਸ਼ਾਸਨ ਦੇ ਨਾਲ ਗੱਲਬਾਤ ਕੀਤੀ ਗਈ। ਇਸ ਦੇ ਨਾਲ ਹੀ ਦੱਸਿਆ ਗਿਆ ਹੈ ਕਿ SGPC ਵੱਲੋਂ ਤੁਰੰਤ ਜਿਹੜੀ ਹੈ ਜਦੋਂ ਉਹਨਾਂ ਨੂੰ ਜਾਣਕਾਰੀ ਮਿਲੀ, ਤੁਰੰਤ ਹੀ 5 ਮੈਂਬਰੀ ਕਮੇਟੀ ਗਠਿਤ ਕੀਤੀ ਗਈ, ਜਿਸ ਦੇ ਵਿੱਚ ਗੁਰਦੁਆਰਾ ਸ਼੍ਰੀ ਦੁਖਨਿਵਾਰਨ ਸਾਹਿਬ ਦੇ ਮੈਨੇਜਰ ਸਾਹਿਬ ਨੂੰ ਵੀ ਸ਼ਾਮਿਲ ਕੀਤਾ ਗਿਆ, ਜੋ ਕਿ ਅੱਜ ਇੱਥੇ ਪਹੁੰਚੇ ਸੀ, ਸੰਗਤਾਂ ਦੇ ਰੂਬਰੂ ਹੋਏ, ਜਾਣਕਾਰੀ ਹਾਸਲ ਕੀਤੀ ਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਪ੍ਰਸ਼ਾਸਨ ਵੱਲੋਂ 2 ਦਿਨ ਯਾਨੀ ਕਿ 4 ਤਰੀਕ ਤੱਕ ਦਾ ਸਮਾਂ ਦਿੱਤਾ ਗਿਆ। 5 ਤਰੀਕ ਨੂੰ ਫਿਰ ਸੰਗਤਾਂ ਭਾਰੀ ਗਿਣਤੀ ਦੇ ਵਿੱਚ ਇੱਥੇ ਇਕੱਠੀਆਂ ਹੋਣਗੀਆਂ। ਜੇਕਰ ਪ੍ਰਸ਼ਾਸਨ ਵੱਲੋਂ ਇਸ ਦਾ ਕੋਈ ਸਿੱਟਾ ਨਾ ਨਿਕਲਿਆ ਔਰ ਇਹ ਜੋ ਵਾਰਦਾਤ ਜਿਹੜੀ ਇਹ ਮੰਦਭਾਗੀ ਘਟਨਾ ਵਾਪਰੀ ਹੈ ਇਸ ਦਾ ਹੱਲ ਨਾ ਹੋਇਆ ਔਰ ਨਾ ਹੀ ਜਿਹੜੇ ਸਰੂਪ ਜਿਹੜੇ ਹੈ ਵਾਪਸ ਇੱਥੇ ਪਹੁੰਚੇ, ਤਾਂ ਫਿਰ ਜਿਹੜਾ ਹੈ ਰੋਸ਼ ਤਿੱਖਾ ਕੀਤਾ ਜਾਊਗਾ। ਤੁਸੀਂ ਦੇਖਿਆ ਕਿ ਸਾਰੀਆਂ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਇੱਥੇ ਕਈ ਵੱਡੇ ਦੂਰੋਂ ਪਹੁੰਚੇ ਹੋਏ ਸਨ, ਜਿਨ੍ਹਾਂ ਨੇ ਆਪਣਾ ਰੋਸ਼ ਵੀ ਵਿਅਕਤ ਕੀਤਾ ਤੇ ਕਿਤੇ ਨਾ ਕਿਤੇ ਨਖੇਦੀ ਵੀ ਕੀਤੀ ਹੈ। ਉੱਥੇ ਹੀ ਪ੍ਰਸ਼ਾਸਨ ਦੇ ਖਿਲਾਫ ਵੀ ਜਿਹੜੇ ਹੈ ਜੰਮ ਕੇ ਗੱਲਬਾਤ ਕੀਤੀ ਹੈ ਕਿ ਇਹ ਨਖੇਦੀ ਹੈ, ਕਿਤੇ ਨਾ ਕਿਤੇ ਇੰਨੇ ਦਿਨ ਬਾਅਦ ਵੀ ਜਿਹੜਾ ਹੈ ਪ੍ਰਸ਼ਾਸਨ ਨਹੀਂ ਜਾਗਿਆ ਔਰ ਨਾ ਹੀ ਕੋਈ ਕਾਰਵਾਈ ਕੀਤੀ ਗਈ। ਸੋ ਇਹਨਾਂ ਸਾਰੀਆਂ ਗੱਲਾਂ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ
ਕਿ ਭਾਈ ਸਾਹਿਬ ਨੇ ਵੀ ਕਿਹਾ ਕਿ ਤੁਸੀਂ ਕਿਤੇ ਦੁਬਾਰਾ ਵੀ ਇੱਥੇ ਬਰਗਾੜੀ ਵਾਲਾ ਜਿਹੜਾ ਹੈ ਮਾਹੌਲ ਨਹੀਂ ਕ੍ਰੀਏਟ ਹੋਣ ਦੇਣਾ ਚਾਹੁੰਦੇ ਤਾਂ ਜਲਦ ਤੋਂ ਜਲਦ ਇਸ ਦੀ ਕਾਰਵਾਈ ਕੀਤੀ ਜਾਵੇ ਔਰ ਕਾਰਵਾਈ ਕਰਕੇ ਉਹਨਾਂ ਵਿਅਕਤੀਆਂ ਨੂੰ ਜੋ ਕਸੂਰਵਾਰ ਪਾਏ ਜਾਂਦੇ ਆ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਸੋ ਤੁਸੀਂ ਇਸ ਵਕਤ ਦੇਖ ਰਹੇ ਸੀ ਗੁਰਦੁਆਰਾ ਸ਼੍ਰੀ ਕਲਿਆਣ ਜੋ ਕਿ ਕਲਿਆਣ ਦੇ ਵਿੱਚ ਪੈਂਦਾ, ਉੱਥੋਂ ਅਸੀਂ ਤੁਹਾਨੂੰ ਸਾਰੀ ਘਟਨਾਕ੍ਰਮ ਦਿਖਾਇਆ ਜਿੱਥੇ ਕਿ 20 ਤਰੀਕ ਨੂੰ ਪਤਾ ਲੱਗਿਆ ਕਿ ਇੱਥੋਂ ਪਾਵਨ ਸਰੂਪ ਜੋ ਕਿ ਸਿਰਫ 4 ਹੀ ਸਰੂਪ ਜਿਹੜੇ ਹੈ ਸਾਡੇ ਕੋਲ ਸਨ, ਜਿਨ੍ਹਾਂ ਦੇ ਵਿੱਚੋਂ ਇੱਕ ਸਰੂਪ ਜੋ ਕਿ ਇੱਥੇ ਰੱਖਿਆ ਹੋਇਆ ਸੀ ਜਿਸ ਨੂੰ ਸਫਰੀ ਸਰੂਪ ਵੀ ਕਹਿ ਦਿੰਦੇ ਆ, ਜੋ ਕਿ ਬੜੇ ਛੋਟੇ ਆਕਾਰ ਦੇ ਹੁੰਦੇ ਆ ਔਰ ਉਹਨਾਂ ਨੂੰ ਦਸਤਾਰ ਦੇ ਵਿੱਚ ਜਦੋਂ ਫੌਜੀ ਆਰਮੀ ਵਾਲੇ ਜਾਂਦੇ ਸੀ ਤੇ ਉਹ ਦਸਤਾਰ ਦੇ ਵਿੱਚ ਹੀ ਰੱਖ ਲੈਂਦੇ ਸੀ। ਸੋ ਉਹ ਜਿਹੜੇ ਇਸ ਤਰ੍ਹਾਂ ਗਾਇਬ ਹੋ ਜਾਣੇ, ਰਹੱਸਮਈ ਤਰੀਕੇ ਦੇ ਨਾਲ ਇੱਥੋਂ ਚੋਰੀ ਹੋ ਜਾਣੇ ਬੜੀ ਮੰਦਭਾਗੀ ਘਟਨਾ ਔਰ ਇਸ ਨੂੰ ਹਲਕੇ ਦੇ ਵਿੱਚ ਨਹੀਂ ਲਿੱਤਾ ਜਾ ਸਕਦਾ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੂੰ ਵੀ ਚਾਹੀਦਾ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ ਤੇ ਅਪਰਾਧੀਆਂ ਨੂੰ ਜਿਹੜਾ ਹੈ ਜਲਦ ਤੋਂ ਜਲਦ ਪਹਿਚਾਣਿਆ ਜਾਵੇ ਔਰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਕੈਮਰਾਮੈਨ ਲਵਿਸ਼ ਦੇ ਨਾਲ ਅਨੁਰਾਗ ਸ਼ਰਮਾ, ਡੇਲੀ ਪੋਸਟ ਪੰਜਾਬੀ ਲਈ ਪਟਿਆਲਾ ਤੋਂ।